ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ, ਅਸੀਸ ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਨਿਰਮਲ ਤੇ ਸਭ ਨਿਰਮਲ ਹੋਵੈ, ਨਿਰਮਲ ਮਨੁਆ ਹਰ ਸ਼ਬਦ ਪਰਵੈ, ਨਿਰਮਲ ਨਾਮ ਲੱਗੇ ਬੜ ਭਾਗੀ, ਨਿਰਮਲ ਨਾਮ ਸੁਹਾਵਣਿਆ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਮਾਝ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 121 ਦੇ ਉੱਪਰ ਸੁਭਾਇਮਾਨ ਹੈ, ਜਿਸ ਵਿੱਚ ਇਹ ਪਾਵਨ ਸ਼ਬਦ 8 ਪਦਿਆਂ ਦਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਜਿਸ ਵਿੱਚੋਂ ਪਹਿਲੇ 4 ਪਦਿਆਂ ਦੀ ਵਿਚਾਰ ਆਪ ਸੰਗਤ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ ਔਰ ਰਹਿੰਦੇ 4 ਪਦਿਆਂ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਔਰ ਇਸ ਪਾਵਨ ਸ਼ਬਦ ਵਿੱਚ ਜੋ ਗੁਰੂ ਸਾਹਿਬ ਜੀ ਉਪਦੇਸ਼ ਸਾਨੂੰ ਦੇ ਰਹੇ ਨੇ, ਉਹਦੇ ਵਿੱਚ ਸਾਨੂੰ ਨਿਰਮਲਤਾਈ, ਆਪਣੇ ਆਪ ਨੂੰ ਨਿਰਮਲ ਕਰਨ ਵਾਸਤੇ ਜਾਂ ਅਸੀਂ ਆਪਣੇ ਜੀਵਨ ਦੇ ਵਿੱਚ ਨਿਰਮਲ ਕਿਵੇਂ ਹੋ ਸਕਦੇ ਹਾਂ, ਮੈਲ ਤੋਂ ਰਹਿਤ ਕਿਵੇਂ ਹੋ ਸਕਦੇ ਹਾਂ, ਉਸ ਚੀਜ਼ ਬਾਰੇ ਗੁਰੂ ਸਾਹਿਬ ਅੱਜ ਸਾਨੂੰ ਗਿਆਨ ਦੇ ਰਹੇ ਨੇ। ਜਦੋਂ ਅਸੀਂ ਆਪਣੇ ਜੀਵਨਾਂ ਦੀ ਗੱਲ ਕਰਦੇ ਹਾਂ ਤੇ ਸਾਡੇ ਜੀਵਨ ਐਸੇ ਨੇ ਵੀ ਅਸੀਂ ਹਰ ਕਦਮ ਦੇ ਉੱਤੇ, ਹਰ ਕਰਮ ਦੇ ਉੱਤੇ ਮੈਲ ਖੱਟਦੇ ਹਾਂ ਤੇ ਮੈਲ ਕਮਾਉਂਦੇ ਹਾਂ।
ਜਿਸ ਕਰਕੇ ਨਿਰਮਲਤਾਈ ਦਾ ਜੀਵਨ ਵਿੱਚ ਆਉਣਾ ਮੁਸ਼ਕਲ ਹੋ ਜਾਂਦਾ ਹੈ ਤੇ ਸਾਰੀ ਜ਼ਿੰਦਗੀ ਜੀਵ ਮੈਲ ਖੱਟਦਾ, ਮੈਲ ਕਮਾਉਂਦਾ ਹੀ ਸੰਸਾਰ ਤੋਂ ਚਲੇ ਜਾਂਦਾ। ਸਾਰਾ ਜੀਵਨ ਮੈਲ ਖੱਟਦਿਆਂ ਹੀ ਬਤੀਤ ਹੋ ਗਿਆ, ਸਾਰਾ ਜੀਵਨ ਮੈਲ ਹੀ ਕਮਾਈ ਹੈ। ਜਿਸ ਕਰਕੇ ਅੱਜ ਗੁਰੂ ਸਾਹਿਬ ਸਾਨੂੰ ਆਪਣਾ ਆਪਾ ਨਿਰਮਲ ਕਰਨ ਵਾਸਤੇ ਕਹਿ ਰਹੇ ਨੇ। ਹੁਣ ਮਾਲਕ ਜੀ ਨੇ ਸਭ ਤੋਂ ਪਹਿਲਾਂ ਜ਼ਿਕਰ ਕੀਤਾ, ਕਹਿੰਦੇ ਨਿਰਮਲ ਤੇ ਸਭ ਨਿਰਮਲ ਹੋਵੇ। ਨਿਰਮਲ ਦੇ ਨਾਲ ਕਹਿੰਦੇ ਸਭ ਕੁਝ ਨਿਰਮਲ ਹੋ ਜਾਂਦਾ ਹੈ। ਹੁਣ ਸਭ ਤੋਂ ਪਹਿਲਾਂ ਤੇ ਸਵਾਲ ਇਹ ਹੈ ਵੀ ਕੌਣ ਹੈ ਨਿਰਮਲ ਜਿਹਦੇ ਨਾਲ ਸਭ ਕੁਝ ਨਿਰਮਲ ਹੋ ਜਾਂਦਾ ਹੈ। ਜਦੋਂ ਕੱਲ ਦੇ ਪਾਵਨ ਸ਼ਬਦ ਵਿੱਚ ਰਹਾਉ ਦੀ ਪੰਕਤੀ ਦਾ ਸਾਹਿਬ ਨੇ ਜ਼ਿਕਰ ਕੀਤਾ ਤੇ ਰਹਾਉ ਦੀ ਪੰਕਤੀ ਵਿੱਚ ਗੁਰੂ ਬਾਬਾ ਜੀ ਦੇ ਬੋਲ ਨੇ, ਹਰ ਨਿਰਮਲ ਇੱਕ ਹਰੀ ਪਰਮਾਤਮਾ ਨਿਰਮਲ ਹੈ। ਗੁਰ ਸ਼ਬਦ ਸਲਾਹੀ, ਜਦੋਂ ਗੁਰੂ ਦੇ ਸ਼ਬਦ ਨਾਲ ਅਸੀਂ ਉਹਦੀ ਸ਼ਲਾਘਾ ਕਰਦੇ ਹਾਂ, ਉਹਦੀ ਵਡਿਆਈ ਕਰਦੇ ਹਾਂ। ਸ਼ਬਦੋ ਸੁਣ, ਸ਼ਬਦ ਦੇ ਰਾਹੀਂ ਉਹਨੂੰ ਸੁਣਦੇ ਹਾਂ, ਉਹਦਾ ਉਪਦੇਸ਼ ਸੁਣਦੇ ਹਾਂ। ਤਿਸਾ ਮਿਟਾਵਣਿਆ ਤੇ ਫਿਰ ਸਾਡੀ ਸਾਰੀ ਤਿਸਾ, ਸਾਰੀ ਤ੍ਰੇ, ਸਾਰੀ ਪਿਆਸ ਜਿਹੜੀ ਉਹ ਮਿਟ ਜਾਂਦੀ ਹੈ। ਮਤਲਬ ਇਹ ਪੱਖ ਮੈਂ ਤਾਂ ਰੱਖ ਰਿਹਾ ਵੀ ਇਹਦੇ ਵਿੱਚ ਸਤਿਗੁਰੂ ਜੀ ਨੇ ਹਰੀ ਪਰਮਾਤਮਾ ਨਿਰਮਲ ਹੈ, ਅਕਾਲ ਪੁਰਖ ਪਰਮੇਸ਼ਵਰ ਨੇ ਜਿਹੜੇ ਮੈਲ ਤੋਂ ਰਹਿਤ ਨੇ, ਜਿਹਦੇ ਨਾਲ ਜੁੜ ਕੇ ਅਸੀਂ ਆਪਣਾ ਆਪਾ ਨਿਰਮਲ ਕਰ ਸਕਦੇ ਹਾਂ ਜਾਂ ਸਾਡਾ ਆਪਣਾ ਆਪਾ ਨਿਰਮਲ ਹੁੰਦਾ ਹੈ ਜਦੋਂ ਅਸੀਂ ਪ੍ਰਭੂ ਜੀ ਨਾਲ, ਪਰਮੇਸ਼ਵਰ ਜੀ ਨਾਲ ਆਪਣੀ ਸਾਂਝ ਬਣਾਉਂਦੇ ਹਾਂ। ਦੋ ਚੀਜ਼ਾਂ ਨੇ, ਮੈਲ ਖੱਟਾਂਗੇ, ਮੈਲ ਕਮਾਵਾਂਗੇ ਤੇ ਮੈਲੇ ਹੋ ਜਾਵਾਂਗੇ। ਤੇ ਜੇ ਨਿਰਮਲਤਾ ਹੀ ਚਾਹੁੰਦੇ ਆ ਤੇ ਫਿਰ ਸੁਭਾਵਿਕ ਜਿਹੀ ਬਾਤ ਹੈ ਵੀ ਰੋਜ਼ ਆਪਣਾ ਆਪਾ ਸਾਫ ਸਫਾਈ ਕਰਨੀ ਪਏਗੀ। ਰੋਜ਼ ਮੈਲ ਸਾਨੂੰ ਖੱਟਣੀ ਨਹੀਂ ਪੈਂਦੀ, ਮੈਲ ਆਪਣੇ ਆਪ ਆਉਂਦੀ ਹੈ। ਕਰਨੀ ਸਫਾਈ ਪੈਂਦੀ ਹੈ, ਗੰਦਗੀ ਫੈਲਾਉਣੀ ਨਹੀਂ ਪੈਂਦੀ, ਗੰਦਗੀ ਫੈਲਦੀ ਹੈ, ਸਫਾਈ ਕਰਨੀ ਪੈਂਦੀ। ਆਪਾਂ ਘਰ ਦੇ ਅੰਦਰ ਗੰਦਗੀ ਫੈਲਾਉਣੇ ਥੋੜ੍ਹੀ ਆ, ਰੋਜ਼ ਸਗੋਂ ਘਰ ਦੇ ਅੰਦਰ ਸਾਨੂੰ ਝਾੜੂ ਵੀ ਲਾਉਣਾ ਪੈਂਦਾ, ਘਰ ਅੰਦਰ ਪੋਚਾ ਵੀ ਲਾਉਣਾ ਪੈਂਦਾ। ਫਿਰ ਅਗਲੇ ਦਿਨ ਉਸੇ ਤਰ੍ਹਾਂ ਨੇਮ ਹੈ, ਰੋਜ਼ ਦਾ ਰੂਟੀਨ ਹੈ। ਅਸੀਂ ਗੰਦਗੀ ਫੈਲਾ ਨਹੀਂ ਰਹੇ, ਗੰਦਗੀ ਫੈਲ ਰਹੀ ਹੈ ਆਪਣੇ ਆਪ। ਮਿੱਟੀ, ਧੂੜ, ਕੂੜਾ ਕਰਕਟ ਉਹ ਸਾਰਾ ਘਰ ਦੇ ਵਿੱਚ ਇਕੱਠਾ ਹੋਇਆ। ਅਸੀਂ ਉਹਨੂੰ ਰੋਜ਼ ਸਾਫ਼ ਸਫਾਈ ਕੀਤੀ, ਰੋਜ਼ ਘਰ ਦੇ ਅੰਦਰ ਝਾੜੂ ਵੀ ਲਾਇਆ, ਪੋਚਾ ਵੀ ਲਾਇਆ, ਹੋਰ ਸਾਰੀ ਦੀ ਸਾਰੀ ਡਸਟਿੰਗ ਵੀ ਕੀਤੀ। ਕਿਉਂ? ਕਿਉਂਕਿ ਨਿਤਾ ਪ੍ਰਤੀ ਮੈਲ ਆ ਰਹੀ ਹੈ, ਨਿਤਾ ਪ੍ਰਤੀ ਅਸੀਂ ਮੈਲ ਖੱਟ ਰਹੇ ਹਾਂ। ਇਸੇ ਤਰ੍ਹਾਂ ਜਿਵੇਂ ਬਾਹਰੀ ਤੌਰ ਦੇ ਉੱਤੇ ਅਸੀਂ ਆਪਣੇ ਘਰ ਦੀ ਸਾਫ਼ ਸਫਾਈ ਨਿਤਾ ਪ੍ਰਤੀ ਕਰਦੇ ਹਾਂ, ਗੰਦਗੀ ਨਹੀਂ ਫੈਲਾਉਂਦੇ, ਉਸੇ ਤਰ੍ਹਾਂ ਸਾਡੇ ਜੀਵਨ ਨੇ ਮੈਲ ਤੇ ਆਪਣੇ ਆਪ ਖੱਟੀ ਜਾਂਦੀ ਹੈ। ਜੀਵ ਮੈਲ ਖੱਟਦਾ ਹੈ। ਜਿਵੇਂ ਆਪਾਂ ਸੌਖੇ ਦੇ ਰੂਪ 'ਚ ਜੇ ਸਮਝੀਏ, ਨੇਤਰਾਂ ਨੂੰ ਇਹ ਕਹਿਣਾ ਪੈਂਦਾ ਹੈ ਭਾਈ ਚੰਗਾ ਵੇਖੋ, ਮਾੜਾ ਤੇ ਆਪਣੇ ਆਪ ਵੇਖੀ ਜਾਂਦੇ ਨੇ। ਕੰਨਾਂ ਨੂੰ ਕਹਿਣਾ ਪੈਂਦਾ ਹੈ, ਕੰਨਾਂ ਨੂੰ ਸਮਝਾਉਣਾ ਪੈਂਦਾ ਹੈ ਭਾਈ ਚੰਗਾ ਸੁਣੋ, ਮਾੜਾ ਤੇ ਆਪਣੇ ਆਪ ਸੁਣੀ ਜਾਂਦੇ। ਜ਼ੁਬਾਨ ਨੂੰ ਆਖਣਾ ਪੈਂਦਾ ਵੀ ਭਾਈ ਹੇ ਰਸਨਾ ਤੂੰ ਅਕਾਲ ਪੁਰਖ ਪਰਮੇਸ਼ਵਰ ਨੂੰ ਜਪ, ਉਹਦੀ ਆਰਾਧਨਾ ਕਰ, ਚੰਗਾ ਬੋਲ, ਇਹ ਕਹਿਣਾ ਪੈਂਦਾ। ਮਾੜਾ ਤੇ ਆਪਣੇ ਆਪ ਹੀ ਬੋਲੀ ਜਾਂਦੀ। ਹੁਣ ਚੰਗੇ ਵਾਸਤੇ ਆਖਣਾ ਪਿਆ, ਮਾੜਾ ਆਪਣੇ ਆਪ ਹੀ ਕਮਾਇਆ। ਚੰਗਾ ਨਿਰਮਲਤਾ ਹੀ ਹੈ, ਚੰਗਿਆਈ ਸਾਫ ਸਫਾਈ ਹੈ, ਤੇ ਮੰਦਾ ਜਿਹੜਾ ਉਹ ਮੈਲ ਹੈ, ਉਹ ਅਸੀਂ ਖੱਟ ਰਹੇ ਹਾਂ। ਜ਼ੁਬਾਨ ਰੋਜ਼ ਮੰਦਾ ਬੋਲ ਰਹੀ ਹੈ ਤੇ ਬੋਲ ਕੇ ਕੀ ਕਰ ਰਹੀ? ਮੈਲ ਖੱਟ ਰਹੀ। ਕੰਨ ਰੋਜ਼ ਮੰਦਾ ਸੁਣ ਰਹੇ ਨੇ ਤੇ ਕੀ ਕਰ ਰਹੇ? ਮੈਲ ਕਮਾ ਰਹੇ ਨੇ, ਮੈਲ ਖੱਟ ਰਹੇ। ਇਸੇ ਤਰ੍ਹਾਂ ਰਸਨਾ ਰੋਜ਼ ਪਰਾਇਆ ਧਨ ਵੀ ਵੇਖਦੀ ਹੈ, ਪਰਾਇਆ ਤਨ ਵੀ ਵੇਖ, ਅੱਖਾਂ ਰੋਜ਼ ਪਰਾਇਆ ਧਨ, ਪਰਾਇਆ ਤਨ ਵੇਖਦੀਆਂ ਤੇ ਮੈਲ ਖੱਟ ਰਹੇ। ਨੇਤਰ ਜਿਹੜੇ ਨੇ ਉਹ ਤੇ ਰੋਜ਼ ਗੰਦਗੀ ਖੱਟ ਰਹੇ, ਰੋਜ਼ ਮੈਲ ਖੱਟ ਰਹੇ। ਪਰ ਸਤਿਗੁਰੂ ਜੀ ਅੱਜ ਸਾਨੂੰ ਆਪਣਾ ਆਪਾ ਨਿਰਮਲ ਕਰਨ ਵਾਸਤੇ ਪ੍ਰੇਰਨਾ ਦੇ ਰਹੇ ਵੀ ਅਸੀਂ ਆਪਣੇ ਆਪੇ ਨੂੰ ਸਾਫ਼ ਸਫਾਈ ਕਿਵੇਂ ਰੱਖ ਸਕਦੇ ਹਾਂ, ਨਿਰਮਲ ਕਿਵੇਂ ਕਰ ਸਕਦੇ ਹਾਂ। ਜਿਹਨੂੰ ਆਪਾਂ ਰੋਜ਼ ਸਾਹਿਬ ਜੀ ਕੀ ਪਾਵਨ ਬਾਣੀ ਵਿੱਚ ਜਪਜੀ ਵਿੱਚ ਪੜ੍ਹਦੇ ਭਰੀਏ, ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ,
ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਬੋ ਜਾ। ਇਸ ਚੀਜ਼ ਤੋਂ ਅਸੀਂ ਕਦੇ ਮੁਨਕਰ ਨਹੀਂ ਹੋ ਸਕਦੇ ਕਿ ਸਾਡਾ ਆਪਣਾ ਆਪਾ ਬੀਜਿਆ ਸਾਨੂੰ ਆਪੇ ਹੀ ਖਾਣਾ ਪੈਂਦਾ ਹੈ। ਇਹਦੇ ਤੋਂ ਅਸੀਂ ਕਦੇ ਵੀ ਮੁਨਕਰ ਨਹੀਂ ਹੋ ਸਕਦੇ। ਜੇ ਅਸੀਂ ਮੈਲ ਬੀਜੀ ਹੈ ਨਾ ਤੇ ਖਾਵਾਂਗੇ ਮੈਲ ਹੀ, ਨਿਰਮਲਤਾਈ ਨਹੀਂ। ਜੇ ਨਿਰਮਲਤਾਈ ਚਾਹੁੰਦੇ ਆ ਤੇ ਫਿਰ ਚੇਤਾ ਰੱਖੀਏ ਸਾਨੂੰ ਨਿਰਮਲਤਾਈ ਖੱਟਣੀ ਪਏਗੀ, ਨਿਰਮਲਤਾਈ ਕਮਾਉਣੀ ਪਏਗੀ। ਵੇਖੋ ਬਾਪੂ ਜੀ ਬਾਣੀ ਵਿੱਚ ਜ਼ਿਕਰ ਕਰਦੇ ਆਖਦੇ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ। ਉਹ ਖਤੇ ਕਿਸ ਚੀਜ਼ ਦਾ ਪ੍ਰਤੀਕ ਨੇ? ਮੈਲ ਦਾ। ਨਿਤਾ ਪ੍ਰਤੀ ਭੁੱਲ ਕਰਨੀ, ਨਿਤਾ ਪ੍ਰਤੀ ਪਾਪ ਕਰਨਾ, ਨਿਤਾ ਪ੍ਰਤੀ ਔਗਣ ਕਮਾਉਣੇ, ਨਿਤਾ ਪ੍ਰਤੀ ਗੁਨਾਹ ਕਰਨੇ, ਨਿਤਾ ਪ੍ਰਤੀ ਭੈੜੇ ਕਰਮਾਂ ਦੇ ਵਿੱਚ ਉਲਝਣਾ, ਗਲਤੀਆਂ ਕਰਨੀਆਂ, ਗੁਸਤਾਖੀਆਂ ਕਰਨੀਆਂ। ਉਹ ਕੀ ਨੇ? ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ। ਹੇ ਅਕਾਲ ਪੁਰਖ ਜੀਓ ਕੋਈ ਅੰਤ ਪਾਰਾਵਾਰ ਨਹੀਂ ਹੈ। ਪਰ ਅਰਜ਼ੋਈ ਕੀ ਹੈ? ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਮ ਪਾਪੀ ਵੱਡ ਗੁਨਾਹਗਾਰ। ਅਸੀਂ ਵੱਡੇ ਪਾਪੀ ਹਾਂ, ਵੱਡੇ ਗੁਨਾਹਗਾਰ ਹਾਂ, ਤੇ ਤੁਸੀਂ ਆਪ ਕਿਰਪਾ ਕਰਕੇ ਸਾਡੇ ਗੁਨਾਹਾਂ ਨੂੰ ਬਖਸ਼ ਲਓ, ਸਾਡੇ ਔਗਣਾਂ ਨੂੰ ਬਖਸ਼ ਲਓ, ਤੇ ਔਗਣਾਂ ਨੂੰ ਬਖਸ਼ ਕੇ ਸਾਨੂੰ ਆਪ ਕਿਰਪਾ ਕਰਕੇ ਨਿਰਮਲਤਾਈ ਬਖਸ਼ਿਸ਼ ਕਰੋ। ਅਸੀਂ ਵੀ ਆਪਣੇ ਜੀਵਨ ਅੰਦਰ ਨਿਰਮਲ ਬਣ ਸਕੀਏ, ਨਿਰਮਲ ਹੋ ਸਕੀਏ। ਸਾਹਿਬ ਜੀ ਕਹਿੰਦੇ ਨਿਰਮਲ ਤੇ ਸਭ ਨਿਰਮਲ ਹੋਵੇ। ਉਸ ਅਕਾਲ ਪੁਰਖ ਪਰਮੇਸ਼ਵਰ ਨਾਲ ਜੁੜਨ ਵਾਲਾ ਹਰ ਜੀਵ ਨਿਰਮਲ ਹੋ ਜਾਂਦਾ ਹੈ, ਹਰ ਜੀਵ ਮੈਲ ਤੋਂ ਰਹਿਤ ਹੋ ਜਾਂਦਾ ਹੈ। ਨਿਰਮਲ ਮਨੁਆ ਹਰ ਸ਼ਬਦ ਪਰੋਵੈ। ਮਨੁਆ ਉਸ ਦਿਨ ਨਿਰਮਲ ਹੁੰਦਾ ਹੈ ਜਦੋਂ ਹਰੀ ਪਰਮਾਤਮਾ ਦੇ ਸ਼ਬਦ ਵਿੱਚ ਅਸੀਂ ਆਪਣੇ ਮਨ ਨੂੰ ਪਰੋ ਲੈਂਦੇ ਹਾਂ। ਸਾਡਾ ਮਨ ਹਰੀ ਪਰਮੇਸ਼ਵਰ ਦੇ ਸ਼ਬਦ ਵਿੱਚ ਪਰੋਇਆ ਜਾਂਦਾ ਹੈ। ਨਿਰਮਲ ਨਾਮ ਲੱਗੇ ਵੱਡ ਭਾਗੀ। ਕਹਿੰਦੇ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਉਸ ਅਕਾਲ ਪੁਰਖ ਜੀ ਕੇ ਨਿਰਮਲ ਨਾਮ ਨਾਲ ਲੱਗਦੇ ਨੇ। ਨਿਰਮਲ ਨਾਮ ਸੁਹਾਵਣਿਆ, ਫਿਰ ਉਹ ਉਸ ਦੇ ਨਿਰਮਲ ਨਾਮ ਨਾਲ ਸ਼ੋਭਦੇ ਔਰ ਸੋਹਣੇ ਲੱਗਦੇ ਹਨ। ਸੋ ਨਿਰਮਲ ਜੋ ਸ਼ਬਦੇ ਸੋ ਹੈ, ਨਿਰਮਲ ਨਾਮ ਮਨ ਤਨ ਮੋਹੈ। ਸਚ ਨਾਮ ਮਲ ਕਦੇ ਨਾ ਲਾਗੈ, ਮੁਖ ਉਜਲ ਸੱਚ ਕਰਾਵਣਿਆ। ਸਤਿਗੁਰੂ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ। ਕਹਿੰਦੇ ਸੋ ਨਿਰਮਲ। ਨਿਰਮਲ ਹੈ ਕੌਣ? ਕਹਿੰਦੇ ਜੋ ਸ਼ਬਦੇ ਸੋ ਹੈ। ਜਿਹੜਾ ਸ਼ਬਦ ਨਾਲ ਆਪਣਾ ਆਪਾ ਸਵਾਰ ਲੈਂਦਾ ਹੈ ਸੋ ਨਿਰਮਲ। ਜਦੋਂ ਅਸੀਂ ਸਮਾਜ ਤੇ ਵੇਖਦੇ ਹਾਂ, ਖਿਆਲ ਰੱਖਿਓ, ਸਾਡਾ ਜ਼ੋਰ ਨਾ ਪਾਣੀ ਡੋਲਣ ਤੇ ਲੱਗਾ ਹੋਇਆ ਹੈ। ਸਾਰਾ ਜ਼ੋਰ ਸਾਡਾ ਪਾਣੀ ਡੋਲੋ ਹੱਥ ਨਿਰਮਲ, ਪਾਣੀ ਡੋਲੋ ਪੈਰ ਨਿਰਮਲ, ਪਾਣੀ ਡੋਲੋ ਮੁਖ ਨਿਰਮਲ। ਅਸੀਂ ਇੱਥੇ ਕੀ ਤੱਕ ਸੀਮਤ ਹਾਂ? ਇਦੋਂ ਅਗਾਂਹ ਦੀ ਅਸੀਂ ਕਦੇ ਸੋਚੀ ਨਹੀਂ। ਅਕਸਰ ਆਪ ਜੀ ਅੱਗੇ ਬੇਨਤੀ ਕਰੀਦੀ ਹੈ ਵੀ ਪਾਣੀ ਜਿਹੜਾ ਨਾ ਇਹ ਸਾਡੇ ਹੱਥਾਂ ਨੂੰ ਸਾਫ਼ ਕਰ ਸਕਦਾ ਹੈ, ਨਿਰਮਲ ਨਹੀਂ। ਹੁਣ ਮੰਨ ਲਓ ਹੱਥ ਅਸੀਂ ਧੋਤੇ ਹੋਣ, ਹੱਥ ਸਾਫ਼ ਨੇ। ਹੁਣ ਧੋ ਕੇ ਹੱਥਾਂ ਨੂੰ ਪਰਾਇਆ ਹੱਕ ਮਾਰਨ ਲੱਗ ਜਾਈਏ ਤੇ ਹੱਥ ਸਾਫ਼ ਨੇ? ਕਿਵੇਂ ਕਹਿ ਦਾਂਗੇ ਵੀ ਸਾਡੇ ਹੱਥ ਬੜੇ ਨਿਰਮਲ? ਹੱਥ ਅਸੀਂ ਚੰਗੀ ਤਰ੍ਹਾਂ ਸਾਬਣ ਲਾ ਕੇ ਧੋਤੇ, ਚੰਗੀ ਤਰ੍ਹਾਂ ਅਸੀਂ ਇਹਨਾਂ ਨੂੰ ਸਾਫ਼ ਸੁਥਰਿਆਂ ਕੀਤਾ, ਪਰ ਉਦੋਂ ਬਾਅਦ 'ਚ ਅਸੀਂ ਜਿਹੜਾ ਉਹ ਕਿਸੇ ਦਾ ਹੱਕ ਮਾਰ ਕੇ ਜਾਂ ਕਿਸੇ ਦਾ ਹੱਕ ਖੋਹ ਲਈਏ ਤੇ ਉਸ ਤੋਂ ਬਾਅਦ 'ਚ ਅਸੀਂ ਆਖੀਏ ਵੀ ਸਾਡੇ ਹੱਥ ਤੇ ਸੁੱਚੇ ਨੇ। ਭਾਈ ਕਿਵੇਂ ਕਹਿ ਸਕਦੇ ਸਾਡੇ ਹੱਥ ਸੁੱਚੇ? ਬਗਾਨਾ ਹੱਕ ਮਾਰਨਾ, ਪਰਾਏ ਹੱਕ ਨੂੰ ਖੋਹ ਲੈਣਾ ਹੱਥਾਂ ਦੀ ਨਿਰਮਲਤਾ ਹੀ ਨਹੀਂ ਪ੍ਰਗਟਾਉਂਦਾ। ਨਿਰਮਲ ਤੇ ਤਾਂ ਨੇ ਜੇ ਹੱਥਾਂ ਦੇ ਨਾਲ ਬੇਗਾਨਾ ਹੱਕ ਖੋਹਣ ਦੀ ਬਜਾਏ ਆਪਣੇ ਹੱਥ ਨਾਲ ਕਿਸੇ ਦੀ ਸਹਾਇਤਾ ਕਰੀਏ ਤਾਂ ਨਿਰਮਲ ਨੇ। ਇਸੇ ਤਰ੍ਹਾਂ ਹੀ ਪੈਰਾਂ ਦੀ ਗੱਲ, ਜ਼ੁਬਾਨ ਦੀ। ਹੁਣ ਜ਼ੁਬਾਨ ਨੂੰ ਮਨੁੱਖ ਲੱਖ ਧੋ ਲਏ, ਰੋਜ਼ ਧੋ ਲਏ, ਧੋਨੇ ਵੀ ਆ ਰੋਜ਼। ਆਪਣੇ ਮੁਖ ਨੂੰ ਅਸੀਂ ਰੋਜ਼ ਪਾਣੀ ਨਾਲ ਸਾਫ਼ ਕਰਦੇ ਹਾਂ। ਹੁਣ ਪਾਣੀ ਨਾਲ ਸਾਫ਼ ਕਰਕੇ ਕੀ ਮੁਖ ਸੁੱਚਾ ਹੋ ਜਾਂਦਾ? ਵੇਖੋ ਨਾ ਕਿੱਡੀ ਹੈਰਾਨੀ ਦੀ ਗੱਲ ਹੈ। ਅਸੀਂ ਆਪਣਾ ਮੁਖ ਵੀ ਧੋਤਾ, ਆਪਣੇ ਪੈਰ ਵੀ ਧੋਤੇ, ਆਪਣੇ ਹੱਥ ਵੀ ਧੋਤੇ,
ਇਹਨਾਂ ਨੂੰ ਧੋਣ ਤੋਂ ਬਾਅਦ ਵਿੱਚ ਜੇ ਕਿਤੇ ਫਿਰ ਵੀ ਸਾਡਾ ਹੱਥ ਮੁੱਖ ਨੂੰ ਲੱਗ ਜਾਏ ਤੇ ਅਸੀਂ ਕਹਿੰਦੇ ਆ ਜੀ ਹੱਥ ਸਾਡੇ ਝੂਠੇ ਹੋ ਗਏ। ਮਤਲਬ ਮੂੰਹ ਨੂੰ ਹੱਥ ਲਾਉਣ ਦੇ ਨਾਲ ਹੱਥ ਝੂਠੇ ਹੋ ਜਾਂਦੇ ਨੇ। ਇਹਦਾ ਮਤਲਬ ਮੁੱਖ ਸਾਡਾ ਅਜੇ ਤੱਕ ਨਿਰਮਲ ਨਹੀਂ ਹੋਇਆ। ਨਿਰਮਲ ਤੇ ਤਾਂ ਸੀ ਜੇ ਕਿਤੇ ਜ਼ੁਬਾਨ ਦੇ ਨਾਲ ਅਸੀਂ ਚੰਗਾ ਕੁਝ ਬੋਲਦੇ, ਚੰਗਾ ਖੱਟਦੇ ਜਾਂ ਚੰਗਾ ਆਪਣੇ ਜੀਵਨ ਦੇ ਅੰਦਰ ਅਸੀਂ ਆਪਣੀ ਜ਼ੁਬਾਨ ਨਾਲ ਬੋਲਦੇ, ਅਕਾਲ ਪੁਰਖ ਦੀ ਸ਼ੋਭਾ ਹੁੰਦੀ, ਆਪਣੀ ਰਸਨਾ ਤੋਂ ਰੱਬ ਜੀ ਕੀ ਵਡਿਆਈ ਕਰਦੇ, ਨਿਰਮਲਤਾ ਹੀ ਤੇ ਜ਼ੁਬਾਨ ਅੰਦਰ ਆ ਜਾਂਦੀ। ਪਰ ਸਤਿਗੁਰੂ ਜੀ ਕਹਿੰਦੇ ਸੋ ਨਿਰਮਲ ਜੋ ਸ਼ਬਦੇ ਸੋ ਹੈ। ਸ਼ੋਭ ਦੇ ਜਿਹੜੇ ਸ਼ਬਦ ਦੇ ਨਾਲ ਆਪਣਾ ਆਪਾ ਸਵਾਰ ਲੈਂਦੇ ਨੇ ਨਾ, ਨਿਰਮਲ ਹੋ ਜਾਂਦੇ। ਜਿਵੇਂ ਇੱਕ ਬਾਪੂ ਜੀ ਕਾ ਪਾਵਨ ਬਚਨ ਪੜ੍ਹਦੇ ਆ, ਕਹਿੰਦੇ ਸੂਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਬੜੇ ਸਪਸ਼ਟ ਜੇ ਲਫ਼ਜ਼ ਨੇ। ਕਹਿੰਦੇ ਪਿੰਡਾ ਧੋ ਕੇ ਬਹਿਣ ਵਾਲੇ ਤੇ ਬਹੁਤ ਨੇ। ਹੁਣ ਜਿਹੜਾ ਪਿੰਡਾ ਧੋ ਕੇ ਬਹਿਣ ਵਾਲਾ ਹੈ, ਸਤਿਗੁਰੂ ਕਹਿੰਦੇ ਸੂਚੇ ਇਹ ਨਾ ਆਖੀਏ। ਉਹਨਾਂ ਨੂੰ ਸੁੱਚੇ ਨਹੀਂ ਕਿਹਾ ਜਾ ਸਕਦਾ, ਉਹਨਾਂ ਨੂੰ ਪਾਕ ਤੇ ਪਵਿੱਤਰ ਨਹੀਂ ਕਿਹਾ ਜਾ ਸਕਦਾ। ਸੂਚੇ ਸੇਈ ਨਾਨਕਾ, ਹੇ ਭਾਈ, ਹੇ ਨਾਨਕ ਜੀਓ, ਸੁੱਚੇ ਉਹ ਨੇ ਜਿਨ ਮਨ ਵਸਿਆ ਸੋਏ, ਜਿਨ੍ਹਾਂ ਦੇ ਮਨ ਵਿੱਚ ਉਹ ਅਕਾਲ ਵਸ ਗਿਆ। ਹੁਣ ਬਹੁਤਾਤ ਆਪਾਂ ਕੀ ਵੇਖਦੇ ਆ? ਸਰੀਰ ਧੋਣ ਵਾਲੇ ਵੇਖਦੇ ਆ। ਮਨ ਮੈਲਾ, ਸਭ ਕੁਛ ਮੈਲਾ, ਸਾਫ ਸਪਸ਼ਟ ਜੇ ਗੁਰਬਾਣੀ ਵਿੱਚ ਨਾ ਸਤਿਗੁਰੂ ਨੇ ਕੁਝ ਲੁਕੋ ਕੇ ਨਹੀਂ ਸਾਡੇ ਤੋਂ ਰੋਕਿਆ। ਬੜੇ ਸਪਸ਼ਟ ਜੇ ਲਫ਼ਜ਼ ਵਰਤਦੇ ਸਾਹਿਬ। ਉਹ ਵੱਖਰੀ ਗੱਲ ਹੈ ਵੀ ਅਸੀਂ ਮਨ ਕਰਕੇ ਇੰਨੇ ਇੱਕ ਅਵੇਸਲੇ ਹੋ ਚੁੱਕੇ ਹਾਂ ਵੀ ਸਮਝਣ ਤੋਂ ਇਨਕਾਰੀ ਹੋ ਜਾਂਦੇ। ਪਰ ਗੁਰੂ ਬਾਬਾ ਜੀ ਨੇ ਸਾਡੇ ਤੋਂ ਕੁਝ ਵੀ ਛੁਪਾ ਕੇ ਨਹੀਂ ਰੱਖਿਆ। ਮਨ ਮੈਲਾ, ਸਭ ਕੁਛ ਮੈਲਾ, ਤੇ ਸਾਡੇ ਕੋਲ ਕੀ ਹੈ? ਮਨ ਮੈਲਾ, ਸਭ ਕੁਛ ਮੈਲਾ, ਤਨ ਧੋਤਾ ਹੈ, ਮਨ ਹੱਛਾ ਨਾ ਹੋਏ। ਤੇ ਅਸੀਂ ਕੀ ਕਰ ਰਹੇ ਹਾਂ? ਤਾਂ ਨਹੀਂ ਧੋ ਰਹੇ ਆ ਨਾ, ਸਰੀਰ ਧੋਈ ਜਾਂਦੇ ਆ, ਕਾਇਆ ਧੋਈ ਜਾਂਦੇ ਆ। ਇਹ ਨਹੀਂ ਵੀ ਹੁਣ ਕਾਇਆ ਧੋਣ ਤੋਂ ਅਸੀਂ ਮੁਨ ਕਰੋ। ਚੰਗੀ ਬਾਤ ਹੈ, ਸਰੀਰ ਦੀ ਤੰਦਰੁਸਤੀ ਵਾਸਤੇ ਕਾਇਆ ਨੂੰ ਧੋਣਾ, ਸਰੀਰ ਦੀ ਤੰਦਰੁਸਤੀ ਵਾਸਤੇ ਕਾਇਆ ਦੀ ਸਾਫ਼ ਸਫਾਈ ਕਰਨੀ ਮੁਬਾਰਕ ਬਾਤ, ਚੰਗੀ ਗੱਲ ਹੈ। ਪਰ ਜਿੱਥੇ ਅਸੀਂ ਸਰੀਰਕ ਤੰਦਰੁਸਤੀ ਵਾਸਤੇ ਆਪਣੀ ਕਾਇਆ ਦੀ ਸਾਫ਼ ਸਫਾਈ ਕਰ ਰਹੇ ਹਾਂ, ਆਪਣੇ ਸਰੀਰ ਨੂੰ ਧੋ ਰਹੇ ਹਾਂ, ਉੱਥੇ ਸਾਨੂੰ ਸਾਡੇ ਅਧਿਆਤਮਿਕ ਜੀਵਨ ਦੀ ਤੰਦਰੁਸਤੀ ਵਾਸਤੇ ਸਾਡਾ ਮਨ ਧੋਣਾ ਵੀ ਸਾਡੇ ਲਈ ਲਾਜ਼ਮੀ ਔਰ ਜ਼ਰੂਰੀ ਹੈ। ਉਹ ਅਸੀਂ ਰੋਜ਼ ਹੀ ਮੈਲਾ ਕਰੀ ਜਾਂਦੇ ਹਾਂ। ਉਹ ਸਾਡਾ ਨਿਤਾ ਪ੍ਰਤੀ ਮੈਲ ਖੱਟ ਰਿਹਾ। ਸਰੀਰ ਸਾਡਾ ਬੜਾ ਸਾਫ਼ ਹੈ, ਕਾਇਆ ਸਾਡੀ ਬੜੀ ਸੁੰਦਰ ਹੈ, ਕਾਇਆ ਕਰਕੇ ਅਸੀਂ ਬੜੇ ਸਾਫ਼ ਸੁਥਰੇ ਹਾਂ। ਜੀਵਨ ਕਰਕੇ ਓਨਾ ਹੀ ਸਾਡਾ ਇਖਲਾਕ ਡਿੱਗਿਆ ਹੋਇਆ, ਓਨਾ ਹੀ ਅਸੀਂ ਆਚਰਣ ਪੱਖ ਤੋਂ ਡਿੱਗੇ ਹੋਏ ਹਾਂ। ਜਿੰਨੇ ਹੀ ਅਸੀਂ ਸਰੀਰ ਕਰਕੇ ਆਪਣੇ ਆਪ ਨੂੰ ਪਾਕ ਤੇ ਪਵਿੱਤਰ ਦੱਸਦੇ ਹਾਂ ਨਾ, ਓਨਾ ਹੀ ਅਸੀਂ ਜੀਵਨ ਕਰਕੇ ਅਪਵਿੱਤਰ ਹਾਂ, ਨਾਪਾਕ ਹਾਂ, ਕਿਉਂਕਿ ਸਾਡਾ ਮਨ ਮੈਲ ਨਾਲ ਭਰਿਆ ਹੋਇਆ। ਤੇ ਜਿੰਨਾ ਚਿਰ ਮਨ ਮੈਲ ਨਾਲ ਭਰਿਆ, ਚੇਤਾ ਰੱਖਿਓ ਸਰੀਰ ਧੋਣ ਦਾ ਵੀ ਲਾਭ ਕੋਈ ਨਹੀਂ ਜੀ। ਕੀ ਕਰਾਂਗੇ ਕਾਇਆ ਧੋ ਕੇ? ਸਰੀਰ ਦਾ ਮੁੱਲ ਥੋੜੀ ਪੈਣਾ। ਜਦੋਂ ਗੁਰੂ ਦਰ ਦੇ ਉੱਤੇ ਮੁੱਲ ਪੈਂਦਾ ਉਦੋਂ ਕਾਇਆ ਦਾ ਥੋੜੀ ਪੈਂਦਾ। ਜਦੋਂ ਗੁਰੂ ਦਰ ਤੇ ਮੁੱਲ ਪੈਂਦਾ ਉਦੋਂ ਸਰੀਰ ਦਾ ਨਹੀਂ ਪੈਂਦਾ। ਜਦੋਂ ਗੁਰੂ ਦਰ ਦੇ ਉੱਤੇ ਪ੍ਰਵਾਨਗੀ ਆਉਂਦੀ, ਪ੍ਰਵਾਨਗੀ ਦੀ ਬਾਤ ਆਵੇ ਤੇ ਫਿਰ ਸਰੀਰ ਇੱਕ ਪਾਸੇ ਰਹਿ ਜਾਂਦਾ। ਗੁਰੂ ਦਰ ਤੇ ਪ੍ਰਵਾਨਗੀ ਉਹਨੂੰ ਮਿਲਦੀ ਜਿਹੜਾ ਮਨ ਕਰਕੇ ਸਾਫ਼ ਔਰ ਸੁਥਰਾ ਹੈ। ਸਾਹਿਬ ਜੀ ਦਾ ਇਤਿਹਾਸ ਪੜੋ। ਸਰੀਰਾਂ ਦੀ ਪ੍ਰਵਾਨਗੀ ਜੈਸਾ ਮਰਜ਼ੀ ਹੋਵੇ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਗਏ, ਕੋੜੀ ਦੇ ਕੋਲ ਆਪ ਚੱਲ ਕੇ ਗਏ। ਸਰੀਰ ਕਰਕੇ ਰੋਗੀ ਹੈ ਨਾ, ਪਰ ਸਤਿਗੁਰੂ ਨੇ ਇੱਕ ਵਾਰੀ ਨਹੀਂ ਕਿਹਾ ਵੀ ਭਾਈ ਤੇਰੇ ਲਾਗੇ ਨਹੀਂ ਅਸੀਂ ਆਉਣਾ ਜਾਂ ਤੇਰੇ ਕੋਲ ਅਸੀਂ ਬੈਠਣਾ ਕੋਈ ਨਹੀਂ, ਤੈਨੂੰ ਛੂਤ ਦੀ ਬਿਮਾਰੀ ਲੱਗੇ ਕਿਤੇ ਸਾਨੂੰ ਨਾ ਲੱਗ ਜਾਏ। ਹੁਣ ਮਾਲਕ ਨੇ ਇੱਕ ਵਾਰੀ ਵੀ ਐਸਾ ਲਫ਼ਜ਼ ਨਹੀਂ ਵਰਤੇ। ਸਤਿਗੁਰੂ ਗਏ ਆਪ ਜਾ ਕੇ, ਆਪਣੇ ਖੁਦ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੀ ਗਲਵੱਕੜੀ 'ਚ ਲੈ ਲੈਂਦੇ, ਉਹਨੂੰ ਆਪਣੀ ਗਲਵੱਕੜੀ 'ਚ ਲੈ ਲੈਣਾ। ਇਸ ਚੀਜ਼ ਦਾ ਪ੍ਰਗਟਾਵਾ ਕਰ ਰਿਹਾ ਕਾਇਆ ਦਾ ਕੋਈ ਇੱਥੇ ਕੀਮਤ ਨਹੀਂ, ਕਾਇਆ ਦਾ ਕੋਈ ਇੱਥੇ ਮੁੱਲ ਨਹੀਂ ਹੈ। ਹੁਣ ਰੋਗੀ ਤੇ ਇੱਕ ਪਾਸੇ ਅਰੋਗੀ, ਕਾਇਆ ਕਰਕੇ ਅਰੋਗੀ ਹੋਵੇ, ਕਾਇਆ ਕਰਕੇ ਸਾਫ਼ ਔਰ ਸੁਥਰਾ ਹੋਵੇ ਤੇ ਮਨ ਵਿੱਚ ਮੈਲ ਭਰੀ ਹੋਵੇ, ਤੇ ਚੇਤਾ ਰੱਖੋ ਕਦੇ ਵੀ ਗੁਰੂ ਨਾਨਕ ਦੇ ਦਰ ਤੇ ਪ੍ਰਵਾਨਿਆ ਨਹੀਂ ਜਾਏਗਾ। ਸਰੀਰ ਕਰਕੇ ਰੋਗੀ ਹੈ, ਸਰੀਰ ਕਰਕੇ ਗੰਦਗੀ ਹੈ, ਮਨ ਕਰਕੇ ਬੜਾ ਸਾਫ਼ ਤੇ ਸੁਥਰਾ ਹੈ। ਬਾਪੂ ਆਪ ਗੱਲ ਨਾਲ ਲਾਉਂਦੇ ਨੇ।
ਇੱਕ ਪਾਸੇ ਉਹ ਕੋੜੀ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਆਪ ਗਲ ਨਾਲ ਲਾਇਆ, ਇੱਕ ਪਾਸੇ ਵੈਸ਼ਨੋ ਸਾਧ ਹੈ ਜਿਹਨੂੰ ਮਾਲਕ ਕਹਿੰਦੇ ਵੀ ਆਹ ਕੀ ਕਰੀ ਜਾਂਦਾ। ਉਹ ਕਿੰਨਾ ਸਾਫ਼ ਹੈ, ਉਹ ਇੰਨੀ ਸੁਚਮਤਾ ਰੱਖਦਾ, ਪਹਿਲੋਂ ਆਪ ਇਸ਼ਨਾਨ ਕਰਦਾ, ਆਪ ਇਸ਼ਨਾਨ ਕਰਕੇ ਫਿਰ ਜਦੋਂ ਭੋਜਨ ਦੀ ਵਾਰੀ ਆਉਂਦੀ ਹੈ ਫਿਰ ਲੱਕੜਾਂ ਧੋਣ ਜਾਂਦਾ, ਫਿਰ ਲੱਕੜਾਂ ਧੋ ਕੇ ਆਉਂਦਾ, ਲੱਕੜਾਂ ਧੋਣ ਤੋਂ ਬਾਅਦ ਚ ਆਪਣੇ ਚੌਂਕੇ ਤੇ ਗੋਬਰ ਫੇਰਦਾ, ਗੋਬਰ ਫੇਰ ਕੇ ਚੌਂਕਾ ਪਾਕ ਤੇ ਪਵਿੱਤਰ ਕਰ। ਉਹ ਬੰਦਾ ਕਿੰਨਾ ਸੁੱਚਾ ਹੈ ਸਰੀਰ ਕਰਕੇ, ਕਾਇਆ ਕਰਕੇ ਕਿੰਨਾ ਸਾਫ਼ ਤੇ ਸੁਥਰਾ ਹੈ, ਜਿਹੜਾ ਨਿਤਾ ਪ੍ਰਤੀ ਰੋਜ਼ ਨਵੇਂ ਚੌਂਕੇ, ਆਪਣੇ ਚੌਂਕੇ ਉੱਤੇ ਰੋਜ਼ ਨਵਾਂ ਲੇਪਣ ਫੇਰਦਾ, ਬਾਲਣ ਵਾਲੀਆਂ ਲੱਕੜਾਂ ਨੂੰ ਰੋਜ਼ ਧੋਂਦਾ ਹੈ, ਧੋਣ ਤੋਂ ਬਾਅਦ ਵਿੱਚ ਫੇਰ ਜਾ ਕੇ ਕਿਤੇ ਆਪਣੇ ਭੋਜਨ ਦਾ ਪ੍ਰਬੰਧ ਕਰਨ ਲੱਗਦਾ, ਲੱਕੜਾਂ ਵੀ ਧੋ ਕੇ ਬਾਲਦਾ ਹੈ। ਤੇ ਉਹ ਬੰਦਾ ਸਰੀਰ ਕਰਕੇ ਕਿੰਨਾ ਸੁੱਚਾ ਹੈ। ਤੇ ਜਦੋਂ ਬਾਪੂ ਜੀ ਗਏ ਤੇ ਮਾਲਕ ਕਹਿੰਦੇ ਕਬੁੱਧ ਡੂਮਣੀ ਕਦਇਆ ਕਸੈਣ ਪਰਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ। ਸਤਿਗੁਰੂ ਕਹਿੰਦੇ ਦੱਸ ਭਾਈ ਕਿੱਥੇ ਤੇਰੀ ਪਾਕਤ ਹੈ ਤੇ ਪਵਿੱਤਰਤਾ, ਅੰਦਰ ਤੇ ਤੇਰੇ ਮੈਲ ਭਰੀ ਪਈ ਹੈ, ਅੰਦਰ ਤੇ ਤੂੰ ਆ ਚਾਰ ਜਿਹੜੇ ਨੀਵੀਆਂ ਜਾਤੀਆਂ ਨੇ ਇਹਨਾਂ ਨੂੰ ਤੂੰ ਆਪਣੇ ਨਾਲ ਲਈ ਫਿਰਦਾ, ਬਾਹਰੋਂ ਲਕੀਰਾਂ ਖਿੱਚ ਖਿੱਚ ਕੇ ਲੋਕਾਂ ਨੂੰ ਕਹਿੰਦਾ ਮੇਰੇ ਤੋਂ ਦੂਰੀ ਬਣਾ ਕੇ ਰੱਖੋ। ਲੋਕਾਂ ਨਾਲ ਬਣਾਈ ਦੂਰੀ ਕੀ ਕਰੇਗੀ, ਭੈੜੇ ਔਗਣਾਂ ਤੋਂ ਤੇ ਤੇਰੀ ਦੂਰੀ ਬਣੀ ਕੋਈ ਨਹੀਂ। ਉਹ ਤੇ ਲੋਕਾਂ ਨਾਲ ਦੂਰੀ ਬਣਾਉਂਦਿਆਂ ਤੂੰ ਖੁਦ ਆਪ ਭੈੜੇ ਔਗਣ ਜ਼ਿੰਦਗੀ 'ਚ ਖੱਟ ਰਿਹਾ, ਕਮਾ ਰਿਹਾ, ਤੇਰੀ ਨਿਰਮਲਤਾ ਹੀ ਕਿੱਥੇ। ਫਿਰ ਦੂਜੇ ਪਾਸੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਵੇਲੇ ਆ ਜਾਓ, ਮੱਥੋ ਤੇ ਮੁਰਾਰੀ ਪ੍ਰੇਮਾ ਕੋੜੀ ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਦੇ ਦਰ ਤੇ ਆਉਂਦਾ, ਅਗਲਾ ਦਰਵਾਜ਼ੇ ਤੇ ਜਾ ਕੇ ਬਹਿ ਜਾਂਦਾ ਹੈ, ਮਾਲਕ ਪਾਤਸ਼ਾਹ ਅੱਗੇ ਅਰਜ਼ੋਈਆਂ, ਸਾਹਿਬ ਅੱਗੇ ਅਰਦਾਸਾਂ, ਮਾਲਕ ਦੇ ਦਰ ਤੋਂ ਫਿਰ ਤੰਦਰੁਸਤੀ ਮਿਲਦੀ। ਹੁਣ ਸਰੀਰ ਕਰਕੇ ਨਹੀਂ, ਸਰੀਰ ਇੱਕ ਪਾਸੇ ਹੈ, ਜਦੋਂ ਅਸੀਂ ਮਨ ਕਰਕੇ ਨਿਰਮਲ ਹੋਵਾਂਗੇ, ਮਨ ਕਰਕੇ ਸਾਫ਼ ਸੁਥਰੇ ਹੋਵਾਂਗੇ, ਅਕਾਲ ਦੇ ਦਰ ਉੱਤੇ, ਗੁਰੂ ਨਾਨਕ ਦੇ ਦਰ ਉੱਤੇ ਅਸੀਂ ਫਿਰ ਪ੍ਰਵਾਨੇ ਜਾਂਦੇ ਹਾਂ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵੇਲੇ ਆ ਜਾਓ, ਭਾਈ ਸੁਥਰੇ ਸ਼ਾਹ ਸਤਿਗੁਰੂ ਜੀ ਜਦੋਂ ਭਾਈ ਸੁਥਰੇ ਸ਼ਾਹ ਨੂੰ ਵੇਖਦੇ, ਹੁਣ ਪਰਿਵਾਰ ਜਿਹੜਾ ਨਾ ਉਹਨੇ ਭਾਈ ਸੁਥਰੇ ਸ਼ਾਹ ਨੂੰ ਸੁੱਟ ਦਿੱਤਾ ਸੀ। ਜਦੋਂ ਜਨਮ ਲਿਆ ਨਾ ਭਾਈ ਸੁਥਰੇ ਸ਼ਾਹ ਨੇ, ਸੰਸਾਰ ਦੇ ਉੱਤੇ ਆਏ ਤੇ ਉਹਨਾਂ ਨੇ ਨਾ ਜਦੋਂ ਜਨਮ ਲਿਆ ਤੇ ਜਨਮ ਤੋਂ ਹੀ ਉਹਨਾਂ ਦੇ ਮੁਖ ਵਿੱਚ 2 ਦੰਦ ਸੀ, ਜਨਮ ਤੋਂ ਹੀ, ਜਿਸ ਕਰਕੇ ਉਹਨਾਂ ਦੇ ਪਰਿਵਾਰ ਨੇ ਨਾ ਉਹਨਾਂ ਨੂੰ ਸੁੱਟ ਦਿੱਤਾ। ਇੱਕ ਲਫ਼ਜ਼ ਵਰਤਦੇ ਆ, ਮੈਂ ਹੱਥ ਜੋੜ ਕੇ ਖਿਮਾ ਮੰਗਦਾ, ਇਹ ਲਫ਼ਜ਼ ਵਰਤਣ ਲੱਗਿਆ, ਉਹ ਗੁਰੂ ਕੇ ਬੜੇ ਸਤਿਕਾਰਯੋਗ ਸਿੱਖ ਨੇ, ਪਰ ਜੋ ਲਫ਼ਜ਼ ਇਤਿਹਾਸਕਾਰਾਂ ਨੇ ਉਹਨਾਂ ਦੇ ਪਰਿਵਾਰ ਵੱਲੋਂ ਵਰਤੇ ਹੋਏ ਦੱਸੇ ਵੀ ਇਹ ਜਿਹੜਾ ਬੱਚਾ ਨਾ ਇਹ ਸਾਡੇ ਘਰ ਵਾਸਤੇ ਚੰਗਾ ਨਹੀਂ ਹੈ, ਇਹ ਬਹੁਤ ਜ਼ਿਆਦਾ ਸਾਡੇ ਘਰ ਵਾਸਤੇ ਮਾੜਾ ਹੈ, ਜਿਸ ਕਰਕੇ ਉਹਨਾਂ ਨੇ ਨਾ ਇੱਕ ਵੱਖਰੇ ਅਸਥਾਨ ਦੇ ਉੱਤੇ ਅਲੱਗ, ਜਿੱਥੋਂ ਉਹ ਗੁਰੂ ਪਾਤਸ਼ਾਹ ਦੇ ਸਿੱਖਾਂ ਨੇ ਉਹ ਬੱਚੇ ਨੂੰ ਚੁੱਕਿਆ ਸੀ ਨਾ, ਬਾਲਕ ਨੂੰ ਚੁੱਕਿਆ ਸੀ, ਇਤਿਹਾਸਕਾਰ ਲਿਖਦੇ ਵੀ ਉੱਥੇ ਗੰਦਗੀ ਪਈ, ਕੂੜਾ ਪਿਆ ਹੋਇਆ, ਜਿੱਥੋਂ ਭਾਈ ਸੁਥਰੇ ਸ਼ਾਹ ਨੂੰ ਚੁੱਕਦੇ ਨੇ। ਸਿਰਫ ਇਸ ਕਰਕੇ ਸੁੱਟਿਆ ਵੀ ਇਹ ਸਾਡੇ ਘਰ ਵਾਸਤੇ ਚੰਗਾ ਨਹੀਂ ਹੈ, ਇਹ ਸਾਡੇ ਲਈ ਚੰਗਾ ਨਹੀਂ ਹੈ। ਜਿਹਦੇ ਜੰਮਦੇ ਹੀ ਮੂੰਹ ਦੇ ਵਿੱਚ 2, ਅੱਜ ਵੀ ਸ਼ਾਇਦ ਇਹਨਾਂ ਚੀਜ਼ਾਂ ਦਾ ਭਰਮ ਕੀਤਾ ਹੈ, ਤੇ ਕੁਦਰਤ ਦੀ ਦੇਣ ਹੈ ਨਾ, ਰੱਬ ਦੀ ਦੇਣ ਹੈ। ਸ਼ਾਇਦ ਅੱਜ ਵੀ ਇਸ ਚੀਜ਼ ਦਾ ਭਰਮ ਕੀਤਾ ਜਾਂਦਾ ਵੀ ਜੰਮਦਿਆਂ ਬਾਲਕ ਦੇ ਮੁਖ ਵਿੱਚ ਦੰਦ ਨਹੀਂ ਹੋਣੇ। ਜੇ ਜੰਮਦਿਆਂ ਬਾਲਕ ਦੇ ਮੁਖ ਵਿੱਚ ਦੰਦ ਨਹੀਂ ਹੋਣੇ ਚਾਹੀਦੇ, ਬਾਅਦ ਵਿੱਚ ਜੇ ਦੰਦ ਨਾ ਆਉਣ ਅਸੀਂ ਫਿਰ ਡਾਕਟਰ ਕੋਲ ਤੁਰੇ ਜਾਂਦੇ ਜੀ, ਹੁਣ ਸਾਡਾ ਬਾਲਕ, ਸਾਡਾ ਬੱਚਾ ਦੰਦੀਆਂ ਨਹੀਂ ਕੱਢਦਾ, ਵੀ ਕੋਈ ਦਵਾਈ ਦਿਓ। ਜੇ ਜੰਮਦਿਆਂ ਉਸ ਕੁਦਰਤ ਨੇ ਦਿੱਤੀ ਹੈ ਦਾਤ, ਤੇ ਅਸੀਂ ਇਨਕਾਰੀ ਕਿਉਂ? ਹੈ ਤੇ ਉਸੇ ਅਕਾਲ ਪੁਰਖ ਪਰਮੇਸ਼ਵਰ ਦੀ ਦਾਤ ਹੈ ਨਾ। ਹੁਣ ਉਹ ਤੋਂ ਬਾਅਦ ਚ ਸਤਿਗੁਰੂ ਪਾਤਸ਼ਾਹ ਜੀ ਜਦੋਂ ਜੰਮੂ ਵੱਲ ਜਾਂਦੇ, ਰਸਤੇ ਦੇ ਵਿੱਚ ਉਹ ਬਾਲਕ ਨੂੰ ਵੇਖਿਆ, ਮਾਲਕ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਕੀਤਾ, ਸਿੱਖ ਚੁੱਕ ਕੇ ਲੈ ਕੇ ਆਏ। ਤੇ ਜਦੋਂ ਲਿਆਂਦਾ, ਮਾਲਕ ਪਾਤਸ਼ਾਹ ਕਹਿੰਦੇ ਵੀ ਲਿਆਓ ਭਾਈ, ਸਾਨੂੰ ਪਕੜਾਓ, ਇਹ ਬਾਲਕ ਅਸੀਂ ਆਪਣੀ ਗੋਦ ਵਿੱਚ ਚੁੱਕਣਾ ਚਾਹੁੰਦੇ ਹਾਂ। ਤੇ ਜਦੋਂ ਸਾਹਿਬ ਜੀ ਨੇ ਆਖਿਆ ਨਾ, ਤੇ ਸਿੱਖਾਂ ਨੇ ਇੱਕ ਲਫ਼ਜ਼ ਵਰਤਿਆ ਵੀ ਮਾਲਕ ਜੀ ਬੜਾ ਕੁਥਰਾ ਜਿਹਾ ਬਾਲਕ ਹੈ। ਉਹਨਾਂ ਨੇ ਵੀ ਲਫ਼ਜ਼ ਕੁਥਰਾ ਕਹਿੰਦੇ, ਬੜਾ ਗੰਦਾ ਜਿਹਾ। ਤੇ ਮਾਲਕ ਪਾਤਸ਼ਾਹ ਨੇ ਨਾ ਜਦੋਂ ਸਤਿਗੁਰੂ ਜੀ ਦੀ ਗੋਦ ਵਿੱਚ ਬੱਚੇ ਨੂੰ ਪਕੜਾਉਂਦੇ ਨੇ, ਤੇ ਉਦੋਂ ਸਿੱਖਾਂ ਨੇ ਉਹਨੂੰ ਚੰਗੀ ਤਰ੍ਹਾਂ ਸਾਫ਼ ਸਫਾਈ ਉਹਦੇ ਸਰੀਰ ਦੀ ਕਰਕੇ, ਚੰਗੀ ਤਰ੍ਹਾਂ ਸਰੀਰ ਦੀ ਉੱਪਰਲੀ ਮੈਲ ਲਾ ਕੇ, ਚੰਗੇ ਵਸਤਰ ਪਵਾ ਕੇ, ਤੇ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ 'ਚ ਪਕੜਾਇਆ। ਜਦੋਂ ਮਾਲਕ ਪਾਤਸ਼ਾਹ ਨੇ ਆਪਣੀ ਗੋਦ 'ਚ ਲਿਆ, ਤੇ ਗੁਰੂ ਬਾਬਾ ਜੀ ਨੇ ਇੱਕ ਲਫ਼ਜ਼, ਇਹ ਕੁਥਰਾ ਨਹੀਂ, ਇਹ ਤੇ ਸੁਥਰਾ ਹੈ। ਬਸ ਉਸ ਵੇਲੇ ਤੋਂ ਸਾਹਿਬ ਜੀ ਦਾ ਦਿੱਤਾ ਹੋਇਆ ਉਹ ਨਾਮ ਭਾਈ ਸੁਥਰੇ ਸ਼ਾਹ ਕਰਕੇ ਫਿਰ ਪ੍ਰਸਿੱਧ ਹੋਇਆ। ਹੁਣ ਉਹ ਸੁਥਰੇ ਸ਼ਾਹ ਬਾਲਕ ਸਰੀਰ ਕਰਕੇ
ਜਦੋਂ ਵੱਧਦੇ ਗਏ, ਸਰੀਰ ਕਰਕੇ ਗਰੋਥ ਕਰਦੇ ਗਏ, ਹਨਾ, ਤੇ ਸਤਿਗੁਰੂ ਜੀ ਨੇ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਲਈ, ਆਪਣੇ ਹੱਥੀਂ ਮਾਲਕ ਪਾਤਸ਼ਾਹ ਨੇ ਪਾਲਿਆ। ਸਾਰਿਆਂ ਨੂੰ ਕਹਿਤਾ ਵੀ ਇਸ ਬਾਲਕ ਨੂੰ ਕੋਈ ਰੋਕੇ ਨਾ, ਕੋਈ ਵਰਜੇ ਨਾ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤੇ ਨਾ, ਤੇ ਹੁਣ ਸਾਰੇ ਪਾਸੇ ਭਾਈ ਸੁਥਰੇ ਸ਼ਾਹ ਦੀਆਂ ਬਾਤਾਂ। ਫਿਰ ਪਰਿਵਾਰ ਵੀ ਆ ਗਿਆ ਲੈਣ ਵਾਸਤੇ ਵੀ ਅਸੀਂ ਭਾਈ ਆਪਣੇ ਬੱਚੇ ਨੂੰ ਲੈਣ ਆਏ ਆ। ਤੇ ਜਦੋਂ ਪਰਿਵਾਰ ਆਇਆ ਨਾ ਲੈਣ ਵਾਸਤੇ, ਤੇ ਭਾਈ ਸੁਥਰੇ ਸ਼ਾਹ ਨੇ ਇੱਕੋ ਲਫ਼ਜ਼ ਵਰਤਿਆ, ਮੇਰੀ ਮਾਂ ਵੀ ਗੁਰੂ ਹਰਗੋਬਿੰਦ ਸਾਹਿਬ, ਮੇਰਾ ਪਿਓ ਵੀ ਗੁਰੂ ਹਰਗੋਬਿੰਦ ਸਾਹਿਬ ਹੈ, ਮੈਂ ਇਹਨਾਂ ਤੋਂ ਬਿਨਾਂ ਕਿਸੇ ਨੂੰ ਨਹੀਂ ਜਾਣਦਾ। ਜਿਨ੍ਹੇ ਮੈਨੂੰ ਸੰਭਾਲਿਆ, ਮੇਰੀ ਪਰਵਰਿਸ਼ ਕੀਤੀ ਹੈ, ਮੇਰੇ ਲਈ ਮੇਰੀ ਮਾਂ ਵੀ ਉਹ, ਤੇ ਮੇਰੇ ਲਈ ਮੇਰਾ ਪਿਓ ਵੀ ਉਹ। ਗੱਲ ਸਰੀਰ ਦੀ ਨਹੀਂ ਹੈ, ਗੱਲ ਕਾਇਆ ਦੀ ਨਹੀਂ ਹੈ, ਗੱਲ ਹੈ ਆਪਣੇ ਮਨ ਦੀ। ਅਸੀਂ ਮਨ ਕਰਕੇ ਕਿੰਨੇ ਪਾਕ ਤੇ ਪਵਿੱਤਰ ਹਾਂ, ਮਨ ਕਰਕੇ ਅਸੀਂ ਕਿੰਨੇ ਸਾਫ਼ ਔਰ ਸੁਥਰੇ ਹਾਂ, ਮਨ ਕਰਕੇ ਅਸੀਂ ਨਿਰਮਲਤਾਈ ਕਿੰਨੀ ਕੁ ਖੱਟੀ ਹੈ, ਤੇ ਅਸੀਂ ਮਨ ਕਰਕੇ ਮੈਲ ਕਿੰਨੀ ਕੁ ਕਮਾਈ ਹੈ। ਜਿੰਨੇ ਮਨ ਕਰਕੇ ਪਾਕ ਤੇ ਪਵਿੱਤਰ ਹੋਵਾਂਗੇ, ਉਨੇ ਹੀ ਅਕਾਲ ਪੁਰਖ ਪਰਮੇਸ਼ਵਰ ਦੇ ਦਰ ਉੱਤੇ ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚ ਅਸੀਂ ਪਰਵਾਨੇ ਜਾਵਾਂਗੇ, ਕਬੂਲ ਪਾਵਾਂਗੇ। ਤੇ ਜੇ ਅਸੀਂ ਮਨ ਕਰਕੇ ਹੀ ਆਪਣੀ ਜ਼ਿੰਦਗੀ ਵਿੱਚ ਮੈਲ ਖੱਟਦੇ ਰਹੇ, ਮੈਲ ਕਮਾਉਂਦੇ ਰਹੇ, ਤੇ ਚੇਤਾ ਰੱਖੋ ਸਰੀਰਾਂ ਕਰਕੇ ਰੱਖੀ ਹੋਈ ਸੁਥਰਾਈ, ਸਰੀਰਾਂ ਕਰਕੇ ਰੱਖਿਆ ਹੋਇਆ ਸੁਥਰਾਪਨ ਕਦੇ ਵੀ ਸਾਨੂੰ ਅਕਾਲ ਦੇ ਦਰ ਉੱਤੇ ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚ ਪ੍ਰਵਾਨਗੀ ਨਹੀਂ ਦਿਵਾਏਗਾ। ਇਸ ਲਈ ਅੱਜ ਗੁਰੂ ਬਾਬਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜੋ ਉਪਦੇਸ਼ ਦੇ ਰਹੇ ਨੇ, ਉਹਦੇ ਵਿੱਚ ਮਾਲਕ ਜੀ ਜ਼ਿਕਰ ਕਰਦਿਆਂ ਕਹਿੰਦੇ ਨੇ, ਅਕਾਲ ਪੁਰਖ ਪਰਮੇਸ਼ਵਰ ਜੀ ਦੇ ਸ਼ਬਦ ਰਾਹੀਂ, ਜਿਹੜਾ ਗੁਰੂ ਸਾਹਿਬ ਜੀ ਦੇ ਉਪਦੇਸ਼ ਰਾਹੀਂ ਆਪਣਾ ਆਪਾ ਸਵਾਰ ਲੈਂਦਾ ਹੈ, ਆਪਣੇ ਆਪੇ ਨੂੰ ਸਾਫ਼ ਤੇ ਸੁਥਰਾ ਕਰ ਲੈਂਦਾ ਹੈ। ਸਤਿਗੁਰੂ ਕਹਿੰਦੇ ਸੋ ਨਿਰਮਲ, ਉਹ ਨਿਰਮਲ ਹੋ ਜਾਂਦਾ ਹੈ ਜਿਹਨੇ ਸ਼ਬਦ ਨਾਲ ਆਪਣਾ ਆਪਾ ਸਵਾਰਿਆ। ਨਿਰਮਲ ਨਾਮ, ਔਰ ਜਿਹਨੇ ਨਿਰਮਲ ਨਾਮ ਨੂੰ ਆਪਣੇ ਮਨ ਦੇ ਅੰਦਰ, ਤਨ ਦੇ ਅੰਦਰ ਪਰੋਲਿਆ, ਜਾਂ ਇਸ ਤਰ੍ਹਾਂ ਕਹਿ ਲਓ ਜਿਹੜਾ ਮਨ ਕਰਕੇ ਤਨ ਕਰਕੇ ਨਾਮ ਦੇ ਨਾਲ ਮੋਹਿਤ ਹੋ ਗਿਆ, ਨਾਮ ਨਾਲ ਜੁੜ ਗਿਆ, ਉਹਨੇ ਆਪਣੇ ਜੀਵਨ ਨੂੰ ਨਿਰਮਲ ਕੀਤਾ। ਸੱਚ ਨਾਮ ਮਲ ਕਦੇ ਨਾ ਲਾਗੈ। ਤੇ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਐਸਾ ਹੈ ਜਿਹੜਾ ਉਹਦੇ ਨਾਲ ਜੁੜਦਾ ਹੈ, ਉਹ ਕਦੇ ਮੈਲਾ ਨਹੀਂ ਹੁੰਦਾ, ਉਹਨੂੰ ਕਦੇ ਵੀ ਮੈਲ ਨਹੀਂ ਲੱਗਦੀ। ਮੁਖ ਉਜਲ ਸੱਚ ਕਰਾਵਣਿਆ, ਤੇ ਫਿਰ ਉਜਵਲ ਮੁਖ ਵਾਲਾ ਬਣ ਜਾਂਦਾ ਹੈ ਜਿਹੜਾ ਸੱਚ ਦੇ ਆਸਰੇ ਨੂੰ, ਸੱਚ ਦੇ ਸਹਾਰੇ ਨੂੰ ਲੈ ਲੈਂਦਾ। ਉਜਵਲ ਮੁਖ ਜਿਹਨੇ ਨਿਰਮਲਤਾਈ ਖੱਟ ਲਈ, ਜਿਹਨੇ ਆਪਣੇ ਜੀਵਨ ਵਿੱਚੋਂ ਮੈਲ ਨੂੰ ਖਤਮ ਕਰ ਲਿਆ। ਤੇ ਸਾਡਾ ਜ਼ੋਰ, ਖਿਮਾ ਕਰਿਓ ਮੈਂ ਲਫ਼ਜ਼ ਵਰਤ ਰਿਹਾ, ਅਸੀਂ ਸਿਰਫ ਆਪਣੇ ਕੱਪੜਿਆਂ ਤੱਕ, ਆਪਣੇ ਵਸਤਰਾਂ ਤੱਕ ਤੇ ਆਪਣੇ ਸਰੀਰ ਤੱਕ ਸੀਮਤ ਹਾਂ। ਇਦੋਂ ਅਗਾਂਹ ਸ਼ਾਇਦ ਅਸੀਂ ਚੱਲ ਕੇ ਗਏ ਨਹੀਂ, ਜਾਂ ਇਦੋਂ ਅਗਾਂਹ ਦੀ ਅਸੀਂ ਸੋਚੀ ਨਹੀਂ। ਤੇ ਸਤਿਗੁਰੂ ਨਾਨਕ ਸਾਹਿਬ ਦਾ ਇੱਕ ਪਾਵਨ ਬਚਨ ਹੈ, ਜਿੱਥੇ ਮਾਲਕ ਦੀ ਜ਼ਿਕਰ ਕਰਦੇ ਆ, ਆਖਦੇ ਕਹਿੰਦੇ ਸੁੱਚ ਹੋਵੇ ਤਾਂ ਸੱਚ ਪਾਈਐ। ਜਦੋਂ ਸਾਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ, ਸਾਡੇ ਜੀਵਨ ਅੰਦਰ ਸੁਚਮਤਾਈ ਆਉਂਦੀ ਹੋਈ ਉਦੋਂ ਹੈ, ਉਦੋਂ ਪਹਿਲਾਂ ਅਸੀਂ ਲੱਖ ਯਤਨ ਕਰ ਲਈਏ। ਸਾਡਾ ਕੀਤਾ ਹੋਇਆ ਹਰ ਯਤਨ ਵਿਅਰਥ ਹੈ, ਸਾਡਾ ਕੀਤਾ ਹੋਇਆ ਹਰ ਵਰਤਿਆ ਹੋਇਆ ਹਰ ਢੰਗ, ਹਰ ਤਰੀਕਾ ਵਿਅਰਥ ਹੈ, ਜੇ ਕਿਤੇ ਅਸੀਂ ਆਪਣੇ ਆਪ ਨੂੰ ਜੀਵਨਾ ਕਰਕੇ ਸਾਫ਼ ਔਰ ਸੁਥਰਿਆਂ ਨਾ ਕਰ ਸਕੇ, ਜੀਵਨਾ ਕਰਕੇ ਅਸੀਂ ਆਪਣੇ ਜੀਵਨ ਵਿੱਚੋਂ ਮੈਲ ਨਾ ਗਵਾ ਸਕੇ। ਉਹਨਾਂ ਚਿਰ ਚੇਤਾ ਰੱਖੀਏ, ਅਸੀਂ ਕਦੇ ਵੀ ਆਪਣਾ ਆਪਾ ਨਿਰਮਲ ਕਰ ਨਹੀਂ ਸਕਦੇ। ਨਾ ਉਜਵਲ ਮੁਖ ਵਾਲੇ ਬਣਾਂਗੇ। ਉਜਵਲ ਮੁਖ ਵਾਲੇ ਉਦਣ ਬਣਾਂਗੇ ਜਿੱਦਣ ਜੀਵਨ ਅੰਦਰ ਭਲੇ ਕਰਮ ਅਸੀਂ ਕਮਾਏ ਹੋਣਗੇ, ਚੰਗੇ ਕਰਮ ਕਮਾਏ ਹੋਣਗੇ। ਫਿਰ ਅਸੀਂ ਆਪਣੇ ਜੀਵਨਾਂ ਵਿੱਚ ਉਜਵਲ ਮੁਖ ਵਾਲੇ, ਧੰਨ ਗੁਰੂ ਨਾਨਕ ਸਾਹਿਬ ਦੇ ਸਨਮੁਖ ਖੜੋਣ ਵਾਲੇ ਬਣਾਂਗੇ ਕਿ ਮਾਲਕ ਪਾਤਸ਼ਾਹ ਜੀ, ਅਸੀਂ ਆਪਣੇ ਜੀਵਨਾਂ ਅੰਦਰ ਨਿਰਮਲਤਾਈ ਆਪਣੇ ਮਨਾਂ ਕਰਕੇ ਖੱਟੀ ਹੈ। ਮਨ ਮੈਲਾ ਹੈ ਦੂਜੇ ਪਾਏ, ਮੈਲਾ ਚੌਕਾ ਮੈਲੇ ਥਾਏ। ਮੈਲਾ ਖਾਏ ਫਿਰ ਮੈਲ ਵਧਾਏ, ਮਨ ਮੁਖ ਮੈਲ ਦੁਖ ਪਾਵਣਿਆ। ਹੁਣ ਮਨ ਮੈਲਾ ਕਿਵੇਂ ਹੁੰਦਾ ਹੈ? ਸਤਿਗੁਰੂ ਜੀ ਫਿਰ ਦੱਸਦੇ ਵੀ ਮੈਲ ਅਸੀਂ ਕਿਵੇਂ ਕਮਾਈ, ਨਿਰਮਲਤਾਈ ਕਿਵੇਂ ਮਿਲੇਗੀ? ਜਦੋਂ ਗੁਰੂ ਸ਼ਬਦ ਨਾਲ ਆਪਣਾ ਆਪਾ ਸਵਾਰਾਂਗੇ। ਮੈਲ ਕਿਵੇਂ ਮਿਲਦੀ ਹੈ? ਸਤਿਗੁਰੂ ਕਹਿੰਦੇ ਮਨ ਮੈਲਾ ਹੈ। ਮਨ ਮੈਲਾ ਹੈ ਕਿਵੇਂ ਹੈ? ਦੂਜੇ ਪਾਏ, ਦੂਜੇ ਦੇ ਪ੍ਰੇਮ ਵਿੱਚ ਫਸਿਆ ਹੋਇਆ, ਮਤਲਬ ਦਵੈਤ ਭਾਵ ਵਿੱਚ ਇੱਕ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਛੱਡ ਕੇ ਹੋਰ ਥੈਂ ਆਪਣਾ ਚਿੱਤ ਜੋੜਨਾ, ਇਹ ਸਾਡਾ ਜੀਵਨ ਜਿਹੜਾ ਇਹਦੇ ਵਿੱਚ ਅਸੀਂ ਮੈਲ ਖੱਟ ਰਹੇ। ਦੂਜੇ ਭਾਏ ਵਿੱਚ ਫਸਣਾ
मतलब अकाल पुरख का प्रेम नहीं है हिरदे विच, गुरु का शब्द नहीं है हिरदे विच, गुरु का उपदेश जीवन विच नहीं, ते असीं अपना चित्त किते होर जोड़ के बैठे हाँ। किहदे विच? कुदरत विच कह लो या अकाल पुरख परमेश्वर की बनाई हुई माया रूप कह लो। दुविधा दे विच, दुचित्ती दे विच जदों असीं अपना चित्त जोड़ के बैठे हाँ तो सतगुरु कहंदे मन इस तरीके मैला हुंदा है। क्योंकि जदों भी असीं अकाल पुरख परमेश्वर जी की बनाई हुई माया रूप नाल जुड़ते हैं तो माया एक ऐसी ताकत है, ऐसा बल है जिहड़ा सानू कदे निर्मल नहीं होण दिंदा, कदे भी निर्मल नहीं होण दिंदा। माया एक ऐसा रूप है अकाल पुरख परमेश्वर का बन, इसे करके ते कह सकते हैं ना भी वो जिवें आपां गुरु नानक साहब जी का एक पावन बचन पढ़ते हैं, मालिक पातशाह कहते एक ना हुक्म समाए ले, एक ना हुक्मे करे विनाश, एक ना भाणे कढ लए, एक ना माया विच निवास। वो अकाल दा बनाया होया एक ऐसा नियम है कि कईयां नूं वो अपने भाणे दे विच इहदे चों बाहर कढ लैंदा है ते कईयां नूं वो अपने भाणे दे विच ही इहदे अंदर गलतान रखदा है। ते इहदी गफलत ऐसी है कि जीव लख यतन कर ले इहदी गफलत विचों निकलण दा, पर वो इहदे विच गलतान ते हो सकदा है, होर ज़्यादा डुब दे सकदा है, पर इहदी गफलत विचों सिवाए उहदी रहमत तो कदे निकलिया नहीं जांदा। माया दा कोई रूप होवे, माया दा किसी तरह का रूप होवे, इंसान जदों इहदे विच गलतान हुंदा है ते उहदा हर रूप प्रभाव पाउंदा है, ਉਹਦਾ रूप ऐसा प्रभाव पाउंदा है कि इंसान चाह के भी ਇਹਦੇ ਚੋਂ कदे निकल नहीं सकता, ਤੇ ਉਹਦਾ हर रूप सानू मैल खट्टण वास्ते मजबूर कर दिंदा है ते जीव मैल खटदा है, चाहे कोई रूप होवे। एक मालिक जी का स्पष्ट लफ्ज गुरु साहब वरतदे, पापा बाझों होवे नाही मोया साथ ना जाए। ये ऐसा रूप है जिहड़ी बिना भैड़े कर्मां तो हुंदी नहीं है, ते मोया मरण दे नाले जांदी कोई नहीं, मरिया ते नाल नहीं जांदी। सारी जिंदगी बंदा की करदा है, इनू ही जोड़ी जांदा है। इनू जोड़दियां होया पाप बहुत कीते, इनू जोड़दियां पाप कमाए बहुत, जदों मरण दी वारी आ गई उदों नाल भी नहीं तुरी अगली, उदों फिर इत्थे रह गई। हुण साहिब जी ने आख्या कहंदे मन जिहड़ा है मैला है, मन मैला है, इहदे तो कदे मुनकर नहीं, पर दूजा पाए ਉਹ ਮਨ ਮੈਲਾ ਹੈ ਜਿਹੜਾ ਦੂਜੇ ਭਾਏ ਵਿੱਚ ਫਸਿਆ ਹੋਇਆ, ਦੂਜੇ ਭਾਏ ਵਿੱਚ ਗਲਤਾਨ ਹੋਇਆ। ਹੁਣ ਜਿਹੜਾ ਮਨ ਮੈਲਾ ਦੂਜੇ ਭਾਏ 'ਚ, ਉਹ ਜਿਸ ਪਾਸੇ ਜਾਏਗਾ ਕੀ ਹੋਏਗਾ? ਮੈਲ ਹੀ ਮੈਲ ਹੋਏਗੀ ਨਾ। ਹੁਣ ਉਹ ਚੌਂਕੇ ਵਿੱਚ ਵੜ ਗਿਆ, ਚੌਂਕਾ ਵੀ ਮੈਲਾ। ਉਹ ਕਿਸੇ ਥਾਂ ਤੇ ਚਲਾ ਗਿਆ, ਉਹ ਥਾਂ ਵੀ ਮੈਲੀ। ਕੋਈ ਮੈਲਾ ਬੰਦਾ ਗੰਦਗੀ ਨਾਲ ਭਰਿਆ, ਮੰਨ ਲਓ ਕਿਸੇ ਦੇ ਪੈਰ ਚਿੱਕੜ ਨਾਲ ਹੀ ਲਿਬੜੇ ਹੋਏ ਨੇ, ਉਹ ਜੇ ਚੌਂਕੇ ਤੇ ਜਾਏਗਾ ਤੇ ਉਹ ਚਿੱਕੜ ਦੇ ਜਿਹੜੇ ਸਪੌਟ ਨੇ ਉੱਥੇ ਵੀ ਲੱਗ ਜਾਣਗੇ। ਜੇ ਉਹ ਕਿਸੇ ਸਾਫ ਸੁਥਰੀ ਥਾਂ ਤੇ ਜਾਏਗਾ, ਇਹ ਤੇ ਹੈ ਨਹੀਂ ਵੀ ਹੁਣ ਸਾਫ ਸੁਥਰੀ ਥਾਂ ਵੇਖ ਕੇ ਤੇ ਉਹਦੇ ਚਿੱਕੜ ਵਾਲੇ ਜਿਹੜੇ ਸਪੌਟ ਨੇ ਉਹ ਕਹਿੰਦੇ ਇੱਥੇ ਨਹੀਂ ਲੱਗਣਾ ਭਾਈ, ਇਹ ਥਾਂ ਬੜੀ ਸਾਫ ਹੈ। ਉਹ ਪੈਰਾਂ ਨਾਲ ਤੇ ਚਿੱਕੜ ਲੱਗਾ ਹੀ ਆ, ਜਿਸ ਪਾਸੇ ਪੈਰ ਧਰੇਗਾ ਉੱਥੇ ਗੰਦਗੀ ਫੈਲ ਜਾਣੀ ਹੈ। ਤੇ ਜਿਹੜਾ ਮਨ ਕਰਕੇ ਮੈਲਾ, ਉਹ ਚੌਂਕੇ ਤੇ ਜਾਏਗਾ, ਚੌਂਕਾ ਵੀ ਮੈਲਾ। चौंका इत्थे लफ्ज वरतिया, जे अज दी भाषा च गल करांगे ते रसोई घर। हुण जे बंदा कोई मैल लैके रसोई घर विच जाएगा तो रसोई घर की होएगा? अपवित्र। ते जे कोई बंदा किसी साफ सुथरे थां उत्ते मैल लैके चला जाए, वो मैल नाल की होएगा? वो साफ सुथरा थां भी गंदला हो जाएगा। पाकता ते किते भी नहीं ना रही। इसे करके ते जदों बाबा कबीर साहब बोले ते वो कहंदे माता झूठी पिता भी झूठा, झूठे ही फल लागे, आवे झूठे जाहि पे झूठे, झूठे मरे अभागे, कहो पंडित सुचा कवन थाऊं। भाई दस केड़ा सुचा थां? जहां बह सौ भोजन खाऊं, जिथे बह के अहीं भोजन छक सकीए। क्योंकि जदों जीवन वल झात मारी ते उदों गोबर झूठा, चौंका झूठा, झूठी तीनी कारा, गोबर भी झूठा है, चौंका भी झूठा है। हुण जेड़ा गोबर झूठा है, जे उस झूठे गोबर नाल अहीं चौंके ते लेपण फेरांगे, चौंका ते सुच्चा नहीं ना होण लगा, चौंका भी झूठा। ते जे चौंका भी झूठा हो गया, हुण जेड़े हत्थां दे नाल उत्थे लकीर खिच्चण लगे आ, ਉਹ हत्थ की ने? झूठे। ते लकीर सच्ची किवें हो सकदी? ते जेड़ा बंदा लकीर खिच्चण लगा है, ਉਹਦਾ मन ही झूठा है, लकीर सच्ची किवें हो जाएगी?
ਤੇ ਜਿਹੜਾ ਬੰਦਾ ਫਿਰ ਉਹ ਚੌਂਕੇ ਤੇ ਬਹਿ ਕੇ ਭੋਜਨ ਬਣਾਉਣ ਲੱਗਾ, ਉਹ ਬੰਦਾ ਆਪ ਝੂਠਾ, ਭੋਜਨ ਸੁੱਚਾ ਕਿਵੇਂ ਹੋਇਆ? ਤੇ ਜਿੰਨੇ ਭੋਜਨ ਬਣਾ ਲਿਆ, ਹੁਣ ਜਿਹੜੀਆਂ ਕੜਛੀਆਂ ਜਿਹੜੇ ਬਰਤਨਾਂ ਵਿੱਚ ਪਰੋਸਣ ਲੱਗਾ, ਉਹ ਬਰਤਨ ਸੁੱਚੇ ਕਿਵੇਂ ਹੋ ਗਏ? ਹੱਥ ਲਾਉਂਦਿਆਂ ਸਾਰ ਤੇ ਝੂਠੇ ਹੋ ਗਏ। ਕੋਈ ਵੀ, ਕਿਉਂਕਿ ਸਾਹਿਬ ਜੀ ਨੇ ਨਾ ਬੜਾ ਪਿਆਰਾ ਜ਼ਿਕਰ ਕੀਤਾ, ਮਾਲਕ ਜੀ ਕਹਿੰਦੇ ਵੀ ਜਿੰਨਾ ਚਿਰ ਮਨ ਮੈਲਾ ਨਾ, ਉਹਨਾਂ ਚਿਰ ਅਸੀਂ ਜਿਸ ਪਾਸੇ ਮਰਜ਼ੀ ਚਲੇ ਜਾਈਏ, ਸਾਡਾ ਚੌਂਕਾ ਵੀ ਮੈਲਾ, ਸਾਡਾ ਹਰ ਥਾਂ ਮੈਲਾ। ਜਿੱਥੇ ਸਾਡੇ ਗੰਦਗੀ ਭਰੇ ਪੈਰ ਪੈਣਗੇ, ਜਿੱਥੇ ਅਸੀਂ ਗੰਦਗੀ ਭਰੇ ਮਨ ਨਾਲ ਜਾਵਾਂਗੇ, ਜਿੱਥੇ ਅਸੀਂ ਮੈਲਾ ਮਨ ਮੈਲੀ ਵਿਚਾਰ ਲੈ ਕੇ ਜਾਵਾਂਗੇ, ਉਹ ਭਾਵੇਂ ਥਾਂ ਜਿੰਨਾ ਮਰਜ਼ੀ ਨਿਰਮਲ ਹੋਏ, ਸਾਡੇ ਲਈ ਮੈਲਾ ਹੀ ਮੈਲਾ ਹੈ। ਜਿਵੇਂ ਹੁਣ ਧਰਮ ਅਸਥਾਨ ਨੂੰ ਅਸੀਂ ਪਾਕ ਤੇ ਪਵਿੱਤਰ ਮੰਨਦੇ ਹਾਂ। ਧਰਮ ਸਥਾਨ ਕੀ ਹੈ? ਪਾਕ ਤੇ ਪਵਿੱਤਰ। ਔਰ ਸਾਡੀ ਕੋਸ਼ਿਸ਼ ਯਤਨ ਇਹ ਹੁੰਦਾ ਵੀ ਜਦੋਂ ਧਰਮ ਅਸਥਾਨ ਤੇ ਜਾਈਏ, ਅਸੀਂ ਆਪਣਾ ਸਰੀਰ ਸਾਫ਼ ਸੁਥਰਾ ਕਰਕੇ ਜਾਈਏ। ਇਹੀ ਕੋਸ਼ਿਸ਼ ਹੁੰਦੀ। ਬਕਾਇਦਾ ਧਰਮ ਅਸਥਾਨ ਦੇ ਉੱਤੇ, ਜਿੱਥੇ ਜੇ ਆਪਾਂ ਗੁਰੂ ਘਰ ਦੀ ਗੱਲ ਹੀ ਕਰੀਏ, ਗੁਰੂ ਦਰਬਾਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਬਾਹਰ ਚਰਨ ਕੁੰਡ ਬਣਾਇਆ ਹੋਇਆ, ਬਾਹਰ ਟੂਟੀਆਂ ਲੱਗੀਆਂ ਵੀ ਹੱਥ ਵੀ ਧੋਵੋ ਤੇ ਪੈਰ ਵੀ ਧੋਵੋ। ਬਕਾਇਦਾ ਲਿਖਿਆ ਹੁੰਦਾ, ਆਪਣੇ ਹੱਥ ਪੈਰ ਧੋ ਕੇ ਦਰਬਾਰ ਵਿੱਚ ਜਾਵੋ। ਬੜਾ ਸਾਫ਼ ਸੁਥਰਾ ਹੱਥ ਪੈਰ ਕਰਕੇ ਆਏ ਅਸੀਂ। ਇੱਥੋਂ ਤੱਕ ਤੇ ਅਸੀਂ ਸਾਬਣ ਨਾਲ ਧੋ ਕੇ ਹੱਥ ਅੰਦਰ ਫੇਰ ਆਉਂਦੇ ਹਾਂ, ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨ। ਹੁਣ ਸਰੀਰ ਕਰਕੇ ਅਸੀਂ ਬਹੁਤ ਸਾਫ਼ ਹਾਂ। ਹਰ ਬੰਦਾ ਧਰਮ ਅਸਥਾਨ ਤੇ ਆਉਣ ਲੱਗਾ ਆਪਣੇ ਸਰੀਰ ਦੀ ਸਾਫ਼ ਸਫਾਈ ਦਾ ਬਹੁਤ ਖਿਆਲ ਰੱਖਦਾ। ਔਰ ਦੂਜੇ ਕਿਸੇ ਪਰਸਨ ਨੂੰ ਨਹੀਂ ਪਤਾ ਕਿ ਧਰਮ ਅਸਥਾਨ ਤੇ ਆਉਣ ਵਾਲੇ ਦੀ ਸੋਚ ਔਰ ਮਤ ਕਿੱਦਾਂ ਦੀ ਹੈ, ਕੋਈ ਨਹੀਂ ਜਾਣਦਾ। ਇੱਕ ਚੋਰ ਵੀ ਧਰਮ ਅਸਥਾਨ ਤੇ ਆ ਰਿਹਾ, ਹੋ ਸਕਦਾ ਉਹ ਵੀ ਸਰੀਰ ਬੜਾ ਪਾਕ ਤੇ ਪਵਿੱਤਰ ਕਰਕੇ, ਹੁਣ ਉਹਦੇ ਲਈ ਇੱਥੇ ਪਾਕਤਾ ਤੇ ਪਵਿੱਤਰਤਾ ਕੀ ਮਾਇਨੇ ਰੱਖਦੀ? ਉਹ ਤੇ ਚੋਰੀ ਕਰਨੀ ਆਇਆ ਹੈ, ਉਹ ਤੇ ਚੋਰੀ ਕਰਨੀ। ਉਹ ਤੇ ਹੋ ਸਕਦਾ ਹੈ ਉਹ ਭੀੜ ਇਕੱਠ ਦਾ, ਹੋਏ ਹੋਈ ਸੰਗਤ ਦੇ ਇਕੱਠ ਦਾ ਲਾਭ ਚੁੱਕ ਕੇ ਉਹ ਤੇ ਆਪਣੇ ਹੱਥ ਨੂੰ ਸਾਫ਼ ਸਫਾਈ ਕਰਦਾ, ਆਪਣੇ ਹੱਥਾਂ ਦੀ ਉੱਤੇ ਲੰਘ ਜਾਂਦਾ ਹੈ। ਧਰਮ ਅਸਥਾਨਾਂ ਦੇ ਉੱਤੇ ਬਕਾਇਦਾ ਹੈਰਾਨਗੀ ਹੁੰਦੀ ਹੈ ਕਿ ਸਾਡੀ ਇਮਾਨਦਾਰੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ, ਅਸੀਂ ਇੰਨੇ ਜ਼ਿਆਦਾ ਓਨੈਸਟ ਹੋ ਚੁੱਕੇ ਹਾਂ ਵੀ ਸਾਨੂੰ ਧਰਮ ਅਸਥਾਨਾਂ ਤੇ ਵੀ ਲਿਖ ਕੇ ਲਾਉਣਾ ਪਿਆ, ਜੇਬ ਕਤਰਿਆਂ ਤੋਂ ਬਚੋ। ਕਿੰਨੇ ਇਮਾਨਦਾਰ ਹਾਂ ਅਸੀਂ, ਕਿੰਨੇ ਪਾਕ ਤੇ ਪਵਿੱਤਰ ਆ। ਬਕਾਇਦਾ ਸਾਨੂੰ ਬਾਰ-ਬਾਰ ਆਖਣਾ ਪਿਆ ਕਿ ਆਪਣੇ ਕੀਮਤੀ ਸਮਾਨ ਨੂੰ ਆਪ ਸੰਭਾਲ ਕੇ ਰੱਖੋ। ਕਿਉਂ? ਮੈਲ ਕਿਸੇ ਨੇ ਥੋੜੀ ਦੇਣੀ ਹੈ, ਆਪਣੇ ਆਪ ਹੀ ਜੀਵ ਖੱਟ ਰਿਹਾ। ਇਹ ਚੀਜ਼ਾਂ ਸਾਡੀ ਜੀਵਨ ਵਿੱਚ ਮੈਲ ਹੀ ਨੇ, ਜਿਸ ਪਾਸੇ ਵੀ ਜਾਵਾਂਗੇ। ਹੁਣ ਧਰਮ ਸਥਾਨ ਵਰਗੀ ਪਾਕਤਾ ਤੇ ਪਵਿੱਤਰਤਾ ਕੋਈ ਨਹੀਂ, ਪਰ ਜਿਹੜਾ ਬੰਦਾ ਇੱਥੇ ਆ ਕੇ ਵੀ ਵਿਕਾਰ ਕਮਾ ਜਾਏ, ਹੁਣ ਉਹਨੂੰ ਕੀ ਕਵਾਂਗੇ? ਉਹ ਸਾਫ਼ ਹੈ? ਨਹੀਂ, ਉਹ ਇੱਥੇ ਆ ਕੇ ਵੀ ਆਪਣਾ ਆਪਾ ਸਾਫ਼ ਨਹੀਂ ਕਰ ਸਕਿਆ। ਬਸ ਇਹ ਤੇ ਇਉਂ ਕਹਿ ਲਓ, ਇੱਕ ਪਿਆਸਾ ਪਿਆਸ ਬੁਝਾਉਣ ਵਾਸਤੇ ਪਾਣੀ ਦੇ ਬਹੁਤ ਵੱਡੇ ਸੋਮੇ ਕੋਲ ਚਲਾ ਗਿਆ, ਪਾਣੀ ਦੇ ਖੂਹ ਕੋਲ ਜਾ ਕੇ ਤੇ ਖੂਹ ਨੂੰ ਵੇਖ ਕੇ ਆਖਦਾ ਵੀ ਮੈਂ ਆਪਣੀ ਪਿਆਸ ਬੁਝਾਉਣੀ ਹੈ, ਬੜੀ ਚੰਗੀ ਗੱਲ ਹੈ। ਹੁਣ ਉੱਥੇ ਬੈਠਾ ਬੈਠਾ ਹੀ ਆਪਣੇ ਪ੍ਰਾਣ ਗਵਾ ਜਾਏ ਤੇ ਕਸੂਰ ਕਿਹਦਾ? ਖੂਹ ਦੇ ਕਿਨਾਰੇ ਉੱਤੇ ਬੈਠਾ ਇੱਕ ਪਿਆਸਾ ਪਾਣੀ ਪੀਣ ਦੀ ਬਜਾਏ, ਆਪਣੀ ਪਿਆਸ ਬੁਝਾਉਣ ਦੀ ਬਜਾਏ ਉੱਥੇ ਬੈਠਾ ਬੈਠਾ ਹੀ ਆਪਣੇ ਪ੍ਰਾਣ ਗਵਾ ਜਾਏ ਤੇ ਕੀ ਆਖਿਆ ਜਾਏਗਾ? ਨਾ ਤੇ ਖੂਹ ਦਾ ਕਸੂਰ ਕੱਢਿਆ ਜਾਣਾ, ਨਾ ਉੱਥੋਂ ਕਿਸੇ ਹੋਰ ਦਾ ਦੋਸ਼ ਕੱਢਿਆ ਜਾਣਾ। ਦੋਸ਼ ਸਿਰਫ ਉਸੇ ਦਾ ਮੰਨਿਆ ਜਾਣਾ ਜਿਹੜਾ ਖੂਹ ਦੇ ਕਿਨਾਰੇ ਤੇ ਬੈਠਾ ਵੀ ਆਪਣੇ ਪ੍ਰਾਣ ਗਵਾ ਗਿਆ। ਤੇ ਸਾਡੀ ਹਾਲਾਤ ਉਹੀ ਨੇ ਕਿ ਅਸੀਂ ਪਾਕਤਾ ਤੇ ਪਵਿੱਤਰਤਾ ਸਰੀਰ ਕਰਕੇ ਬਹੁਤ ਰੱਖੀ, ਪਰ ਅਸੀਂ ਮਨਾ ਕਰਕੇ ਆਪਣੀ ਮੈਲ ਨੂੰ ਗਵਾ ਨਹੀਂ ਸਕੇ। ਤੇ ਜਿੰਨਾ ਚਿਰ ਅਸੀਂ ਮਨਾ ਕਰਕੇ ਮੈਲ ਨਾ ਗਵਾਈ, ਉਹਨਾਂ ਚਿਰ ਬਾਪੂ ਜੀ ਕਹਿੰਦੇ ਮੈਲਾ ਚੌਂਕਾ ਮੈਲੇ ਥਾਂ, ਜਿਸ ਪਾਸੇ ਅਸੀਂ ਮਰਜ਼ੀ ਚਲੇ ਜਾਈਏ ਉਹ ਥਾਂ ਵੀ ਸਾਡੇ ਲਈ ਕੀ ਹੈ? ਅਸੀਂ ਸਾਫ਼ ਤੇ ਸੁਥਰਾ ਨਹੀਂ ਰੱਖ ਸਕਦੇ। ਫਿਰ ਗੁਰੂ ਬਾਬਾ ਜੀ ਜ਼ਿਕਰ ਕਰਦੇ ਆਖਦੇ, ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ।
ਇੱਕ ਸ਼ਬਦ ਆਉਂਦਾ ਸਾਹਿਬ ਜੀ ਕਾ ਪਾਵਨ ਬਾਣੀ 'ਚ। ਗੁਰੂ ਸਾਹਿਬ ਕਹਿੰਦੇ ਵੀ ਇਨਸਾਨ ਨਾ ਕਹਿੰਦਾ ਮੈਂ ਤੀਰਥ ਸਥਾਨਾਂ ਤੇ ਜਾਣਾ ਇਸ਼ਨਾਨ ਕਰਨ ਵਾਸਤੇ, ਚਲੇ ਵੀ ਗਿਆ। ਹੁਣ ਤੀਰਥ ਸਥਾਨ ਤੇ ਜਾਣ ਵਾਲਾ ਗਿਆ ਇਸ ਕਰਕੇ ਵੀ ਉੱਥੇ ਜਾਵਾਂਗੇ, ਇਸ਼ਨਾਨ ਕਰਾਂਗੇ ਤੇ ਮੈਲ ਦੂਰ ਹੋਏਗੀ। ਉੱਥੇ ਜਾ ਕੇ ਇਸ਼ਨਾਨ ਕੀਤਾ ਤੇ ਬਾਪੂ ਜੀ ਕਹਿੰਦੇ ਪਰ ਹੈਰਾਨਗੀ ਹੋਈ, ਗਿਆ ਮੈਲਾ ਸੀ, ਸਾਫ਼ ਹੋ ਕੇ ਨਹੀਂ ਆਇਆ, ਹੋਰ ਗੰਦਲਾ ਹੋ ਕੇ ਆਇਆ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਕਿੱਥੇ ਚੱਲਿਆ? ਤੀਰਥਾਂ ਤੇ। ਹੁਣ ਕਿੱਥੇ ਨਿਰਮਲਤਾ ਹੀ ਕਿੱਥੇ ਹੈ? ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਮਨ ਵਿਚਲੀ ਖੋਟ ਕੀ ਪ੍ਰਗਟਾ ਰਹੀ ਹੈ? ਸਾਡੀ ਮੈਲ। ਤਨ ਚੋਰ, ਬਾਹਰ ਧੋਤੀ ਤੁੰਬੜੀ ਅੰਦਰ ਵਿਸ ਨਕੋਰ। ਤੁੰਬੜੀ ਮਤਲਬ ਲੌਕੀ, ਤੁੰਮਾ ਜਿਹੜਾ ਅੱਕ ਦੇ ਬੂਟੇ ਨੂੰ ਲੱਗਦੀ, ਉਹ ਨਿੱਕੀ ਜਿਹੀ ਅੰਬ ਵਰਗੀ ਅੰਬਾਕੜੀ ਜਿਹਦੇ ਵਿੱਚੋਂ ਚਿੱਟੇ ਵਾਲ ਨਿਕਲ ਕੇ ਉੜਦੇ। ਉਹ ਹੁਣ ਉਹਨੂੰ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ, ਬਾਹਰ ਧੋਤੀ ਤੁੰਬੜੀ ਅੰਦਰ ਵਿਸ ਨਕੋਰ। ਅੰਦਰ ਐ ਨਕੋਰ ਜ਼ਹਿਰ ਹੈ। ਇੱਕ ਭੌ ਲੱਥੀ ਨਾਤਿਆਂ। ਹੁਣ ਗਿਆ ਕਾਹਦੇ ਲਈ ਸੀ? ਮੈਲ ਲਾਉਣ ਵਾਸਤੇ। ਸਾਹਿਬ ਕਹਿੰਦੇ ਮੰਨ ਲੈਨੇ ਆ ਭਾਈ, ਇੱਕ ਭੌ ਲੱਥੀ ਨਾਤਿਆਂ, ਇੱਕ ਪਰਤ ਲੈ ਗਈ ਨਾਤਿਆਂ, ਦੋਏ ਭਾ ਚੜੀ ਇਸ। ਹੋਰ ਇੱਕ ਲਾਈ ਹੈ, ਉਹਦੇ ਬਦਲੇ ਚ ਦੁੱਗਣੀ ਉੱਤੇ ਚੜਾ ਲਈ। ਇੱਕ ਪਰਤ ਲਾ ਕੇ ਦੋ ਪਰਤਾਂ ਉੱਤੇ ਚੜਾ ਲਈਆਂ। ਸਾਫ਼ ਹੋਇਆ ਕਿ ਗੰਦਾ ਹੋਇਆ? ਜਿਵੇਂ ਸਰੀਰ ਉੱਤੇ ਪਾਏ ਹੋਏ ਮੈਲੇ ਵਸਤਰ, ਇਨਸਾਨ ਕਹਿੰਦਾ ਵੀ ਅੱਜ ਮੈਂ ਲਾ ਦੇਣੇ। ਇਹਨੇ ਇੱਕ ਮੈਲੇ ਵਸਤਰ ਲਾ ਕੇ, ਜਿਹੜਾ ਇੱਕ ਦਿਨ ਪਹਿਲੋਂ ਕੱਪੜਾ ਪਾਇਆ ਸੀ ਉਹ ਲਾਤਾ, 2 ਦਿਨ ਪਹਿਲੋਂ ਦੇ ਪਾਏ ਹੋਏ ਦੁਬਾਰਾ ਪਾ ਲਏ। ਜਿਹੜੇ 2 ਦਿਨ ਪਹਿਲੋਂ ਧੋਣ ਵਾਸਤੇ ਲਾਏ ਸਨ ਉਹ ਬਿਨਾਂ ਧੋਤੇ ਆਪਣੇ ਸਰੀਰ ਤੇ ਦੁਬਾਰਾ ਪਾ ਲਏ ਤੇ ਕੀ ਸਾਫ਼ ਹੋ ਗਿਆ? ਉਦੋਂ ਵੀ ਭੈੜਾ ਬਣ ਗਿਆ। ਤੇ ਇਹੀ ਹਾਲਾਤ ਹੈ। ਇੱਕ ਭੌ ਲੱਥੀ ਨਾਤਿਆਂ, ਦੋਏ ਭਾ ਚੜੀ ਇਸ। ਹੋਰ ਕਮਾਲੀ ਮੈਲ ਸਗੋਂ। ਸਾਧ ਭਲੇ ਅਣਨਾਤਿਆਂ। ਹੁਣ ਜਿਹੜਾ ਰੱਬੀ ਪਿਆਰਾ ਹੈ, ਬਾਪੂ ਜੀ ਕਹਿੰਦੇ ਉਹ ਭਾਵੇਂ ਤੀਰਥ ਸਥਾਨਾਂ ਤੇ ਨਾ ਨਾਵੇ। ਇੱਥੇ ਗੱਲ ਤੀਰਥ ਸਥਾਨਾਂ ਦੀ ਚੱਲ ਰਹੀ ਹੈ ਨਾ, ਕਿਉਂਕਿ ਅਸੀਂ ਦੂਜੇ ਪਾਸੇ ਵੀ ਹੋ ਜਾਣਾ ਵੀ ਸਾਧ ਭਲੇ ਆ, ਇਹਦਾ ਮਤਲਬ ਸਾਧ ਨਹਾਉਂਦੇ ਹੀ ਨਹੀਂ। ਸਾਧ ਭਲੇ ਅਣਨਾਤਿਆਂ, ਉਹ ਤੀਰਥ ਸਥਾਨਾਂ ਤੇ ਜਾ ਕੇ ਭਾਵੇਂ ਨਾ ਵੀ ਇਸ਼ਨਾਨ ਕਰਨ। ਚੋਰ ਸੇ ਚੋਰਾਂ, ਚੋਰ ਨੇ ਤੇ ਚੋਰ ਹੀ ਰਹਿਣਾ, ਉਹਨੂੰ ਭਾਵੇਂ ਰੋਜ਼ ਗੋਤਾ ਦਵਾਈ ਰੱਖੋ। ਇਸੇ ਕਰਕੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਗੰਗਾ ਤੀਰ ਜੇ ਘਰ ਕਰੇ ਪੀਵੇਂ ਨਿਰਮਲ ਨੀਰ। ਤੂੰ ਗੰਗਾ ਦੇ ਕਿਨਾਰੇ ਤੇ ਘਰ ਪਾ ਕੇ ਬਹਿ ਜਾ, ਭਾਵੇਂ ਰੋਜ਼ ਨਿਰਮਲ ਪਾਣੀ ਪੀਂਦਾ ਰਹਿ, ਗੰਗਾ ਦਾ ਪਾਕ ਤੇ ਪਵਿੱਤਰ ਪਾਣੀ ਪੀਂਦਾ ਰਹਿ, ਗੰਗਾ ਜਲ ਪੀਂਦਾ ਰਹਿ, ਤੇ ਤੂੰ ਕੀ ਹੋ ਜਾਏਗਾ? ਪਵਿੱਤਰ ਹੋ ਜਾਏਗਾ। ਗੱਲ ਤੇ ਤੇਰੇ ਮਨ ਦੀਆਂ ਵਿਚਾਰਾਂ ਦੀ ਹੈ। ਤੇ ਜਿੰਨਾ ਚਿਰ ਤੇਰਾ ਮਨ ਮੈਲਾ ਨਾ, ਸਾਹਿਬ ਕਹਿੰਦੇ ਫਿਰ ਉਹਦੇ ਨਾਲ ਹੋਏਗਾ ਕਿ ਮੈਲਾ ਖਾਏ ਫਿਰ ਮੈਲ ਵਧਾਏ। ਹੁਣ ਮਨ ਮੈਲਾ ਵਿਕਾਰਾਂ ਵਿੱਚ ਉਲਝਿਆ ਹੋਇਆ ਲੋਭੀ ਮਨ ਹੈ, ਲਾਲਚੀ ਮਨ ਹੈ। ਲਾਲਚੀ ਮਨ ਕੀ ਕਰੇਗਾ? ਬੇਗਾਨਾ ਹੱਕ ਖੋਏਗਾ, ਬੇਗਾਨੇ ਕੋਲੋਂ ਖੋ ਕੇ ਆਪਣਾ ਪੇਟ ਭਰੇਗਾ। ਤੇ ਜਿਹੜਾ ਬੇਗਾਨੇ ਕੋਲੋਂ ਖੋ ਕੇ ਆਪਣਾ ਪੇਟ ਭਰ ਰਿਹਾ ਉਹ ਕੀ ਹੈ? ਮੈਲਾ ਖਾਏ। ਹੁਣ ਖਾਦਾ ਕੀ ਹੈ? ਮੈਲ ਖਾਦੀ। ਬਾਪੂ ਜੀ ਕੀ ਕਹਿੰਦੇ? ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾ ਭਰੈ ਜਾਂ ਮੁਰਦਾਰ ਨਾ ਖਾਏ। ਹੁਣ ਜਿਹੜਾ ਬੰਦਾ ਗਾਂ ਖਾਵੇ, ਜਿਹੜਾ ਬੰਦਾ ਸੂਰ ਖਾਵੇ, ਜਿਹੜਾ ਬੰਦਾ ਮੁਰਦਾ ਖਾਵੇ, ਅਸੀਂ ਉਹਨੂੰ ਕੀ ਕਵਾਂਗੇ? ਬੜਾ ਪਾਕ ਤੇ ਪਵਿੱਤਰ ਹੈ। ਨਹੀਂ, ਮਾਲਕ ਮੈਲ ਖਾ ਰਿਹਾ, ਉਹ ਹੱਕ ਪਰਾਇਆ ਖਾ ਰਿਹਾ, ਪਰ ਖਾ ਕੀ ਰਿਹਾ? ਮੈਲ। ਜਿੰਨੇ ਮੈਲ ਖਾਧੀ ਹੈ, ਹੁਣ ਮੈਲ ਖਾ ਕੇ ਪਵਿੱਤਰ ਤੇ ਬਣ ਨਹੀਂ ਗਿਆ। ਮੈਲਾ ਖਾਏ ਫਿਰ ਮੈਲ ਵਧਾਏ, ਸਗੋਂ ਆਪਣੀ ਮੈਲ ਨੂੰ ਹੋਰ ਵਧਾ ਲੈਂਦਾ ਹੈ। ਕਹਿੰਦੇ ਮਨਮੁਖ ਮੈਲ ਦੁੱਖ ਪਾਵਣਿਆ। ਫਿਰ ਮਨਮੁਖ ਜਿਹੜਾ ਨਾ ਇਸ ਮੈਲ ਦੇ ਕਰਕੇ ਦੁੱਖ ਪਾਉਂਦਾ ਹੈ।
ਦੁਖੀ ਹੁੰਦਾ ਹੈ, ਕਿਉਂਕਿ ਮੈਲ ਕਿਤੇ ਨਾ ਕਿਤੇ ਜਾ ਕੇ ਤੇ ਬਦਬੂ ਫੈਲਾ ਹੀ ਦਿੰਦੀ ਹੈ। ਤੇ ਜਦੋਂ ਆਪਣੇ ਜੀਵਨ ਵਿੱਚ ਖੱਟੀ ਹੋਈ ਮੈਲ ਬਦਬੂ ਫੈਲਾਉਣ ਲੱਗਦੀ ਨਾ, ਫਿਰ ਉਹ ਬਦਬੂ ਆਚਰਣ ਵਿੱਚੋਂ ਆਉਣ ਲੱਗ ਜਾਂਦੀ, ਉਹ ਮੈਲ ਫਿਰ ਆਚਾਰ ਵਿੱਚੋਂ ਆਉਣ ਲੱਗ ਜਾਂਦੀ, ਉਹ ਮੈਲ ਫਿਰ ਜ਼ੁਬਾਨ ਤੋਂ ਬਾਹਰ ਨਿਕਲਦੀ, ਉਹ ਮੈਲ ਅੱਖਾਂ ਰਾਹੀਂ ਫਿਰ ਜੀਵ ਪ੍ਰਗਟ ਕਰਦਾ, ਉਹ ਮੈਲ ਕੰਨਾਂ ਦੇ ਰਾਹੀਂ ਪ੍ਰਗਟ ਕਰਦਾ, ਫਿਰ ਉਹ ਮੈਲ ਹੱਥਾਂ ਨਾਲ ਪੈਰਾਂ ਦੇ ਰਾਹੀਂ, ਇਹਨਾਂ ਰਾਹੀਂ ਫਿਰ ਉਹ ਮੈਲ ਪ੍ਰਗਟਾਉਂਦਾ। ਜਦੋਂ ਅੰਦਰਲੀ ਮੈਲ ਸਰੀਰਕ ਅੰਗਾਂ ਦੇ ਰਾਹੀਂ ਬਾਹਰ ਪ੍ਰਗਟ ਹੁੰਦੀ ਹੈ, ਫਿਰ ਉਹ ਕੀ ਹੈ, ਜੀਵ ਇਖਲਾਕ ਤੋਂ ਡਿੱਗ ਪੈਂਦਾ। ਤੇ ਜਿਹੜਾ ਇਖਲਾਕ ਤੋਂ ਡਿੱਗ ਪਿਆ, ਦੁੱਖ ਪਾਵਣਿਆ, ਹੁਣ ਸਮਾਜ ਵਿੱਚ ਉਹਨੂੰ ਲਾਗੇ ਬੈਠਣ ਕੋਈ ਵੀ ਨਹੀਂ ਦਿੰਦਾ। ਜਿਹਨੂੰ ਬਾਬਾ ਕਬੀਰ ਸਾਹਿਬ ਜੀ ਜ਼ਿਕਰ ਕਰਦੇ ਆ, ਆਖਦੇ ਕਬੀਰ ਸਾਕਤ ਐਸਾ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ। ਉਹ ਤੇ ਏਦਾਂ ਮਾਨੋ ਜਿਵੇਂ ਕਿਸੇ ਕੋਲ ਲਸਣ ਦਾ ਖਜ਼ਾਨਾ ਹੋਵੇ, ਤੇ ਕਹਿੰਦੇ ਭਾਵੇਂ ਜਿੰਨਾ ਮਰਜ਼ੀ ਲੁਕ ਲੁਕ ਖਾ ਲਓ, ਪ੍ਰਗਟ ਹੋਏ ਨਿਦਾਨ। ਅਖੀਰ ਉਹਦੀ ਜਿਹੜੀ ਸਮੈਲ ਹੈ, ਲਸਣ ਦੀ ਜਿਹੜੀ ਵਾਸ਼ਨਾ ਹੈ, ਉਹਨੇ ਆਪਣਾ ਆਪਾ ਪ੍ਰਗਟਾ ਦੇਣਾ ਹੀ ਹੈ। ਮਨੁੱਖ ਲੱਖ ਯਤਨ ਕਰ ਲਏ ਛੁਪਾ ਕੇ ਰੱਖਣ ਦਾ, ਤੇ ਜੇ ਸਾਡੇ ਜੀਵਨ ਵਿੱਚ ਮੈਲ ਹੈ, ਅਸੀਂ ਲੱਖ ਛੁਪਾ ਕੇ ਰੱਖਣ ਦਾ ਯਤਨ ਕਰ ਲਈਏ, ਕਿਤੇ ਨਾ ਕਿਤੇ ਜਾ ਕੇ ਉਸ ਮੈਲ ਨੇ ਆਪਣਾ ਆਪਾ ਪ੍ਰਗਟਾ ਦੇਣਾ। ਉਹ ਮੈਲ ਪ੍ਰਗਟ ਹੋ ਜਾਏਗੀ, ਤੇ ਕਹਿੰਦੇ ਜਦੋਂ ਪ੍ਰਗਟ ਹੁੰਦੀ ਨਾ, ਫਿਰ ਮਨਮੁਖ ਬਹੁਤ ਦੁੱਖ ਪਾਉਂਦਾ ਹੈ, ਬਹੁਤ ਜ਼ਿਆਦਾ ਕੁਰਲਾਉਂਦਾ ਔਰ ਵਿਲਕਦਾ ਹੈ। ਮੈਲੇ ਨਿਰਮਲ ਸਭ ਹੁਕਮ ਸਬਾਏ, ਸੇ ਨਿਰਮਲ ਜੋ ਹਰ ਸਾਚੇ ਪਾਏ। ਨਾਨਕ ਨਾਮ ਵਸੈ ਮਨ ਅੰਤਰ, ਗੁਰਮੁਖ ਮੈਲ ਚੁਕਾਵਣਿਆ। ਪਹਿਲੋਂ ਗੱਲ ਕੀਤੀ ਸਾਹਿਬ ਜੀ ਨੇ ਨਿਰਮਲ ਕਿਵੇਂ ਹੋਵਾਂਗੇ, ਫਿਰ ਗੱਲ ਕੀਤੀ ਜੀਵ ਮੈਲ ਕਿਵੇਂ ਖੱਟ ਰਿਹਾ ਹੈ। ਹੁਣ ਸਤਿਗੁਰੂ ਜੀ ਜ਼ਿਕਰ ਕਰ ਰਹੇ ਵੀ ਇਹਨਾਂ ਦੇ ਵਿੱਚ ਨਾ ਤੇ ਮੈਲਿਆਂ ਦਾ ਕੋਈ ਦੋਸ਼ ਹੈ, ਤੇ ਨਾ ਨਿਰਮਲ ਵਾਲਿਆਂ ਦਾ। ਇੱਥੇ ਸਾਰਾ ਕੁਝ ਕੀ ਹੈ, ਮੈਲੇ ਨਿਰਮਲ ਸਭ ਹੁਕਮ ਸਬਾਏ, ਸਾਰੇ ਉਹਦੇ ਹੁਕਮ ਵਿੱਚ ਨੇ। ਉਹਦੇ ਹੁਕਮ ਤੋਂ ਬਾਹਰ ਚਾਹੇ ਕੋਈ ਨਿਰਮਲ ਹੈ ਤੇ ਭਾਵੇਂ ਕੋਈ ਮੈਲਾ ਹੈ ਕਿੱਥੇ, ਉਹਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਹੈ, ਉਹਦੇ ਭਾਣੇ ਵਿੱਚ ਹੈ। ਤੇ ਸੇ ਨਿਰਮਲ ਜੋ ਹਰ ਸਾਚੇ ਭਾਏ, ਹੈ ਨਾ ਹੁਕਮ ਵਿੱਚ। ਜਦੋਂ ਇਦਾਂ ਬਾਤ ਕਰਦੇ ਨਾ ਵੀ ਮੈਲੇ ਵੀ ਉਹਦੇ ਹੁਕਮ ਵਿੱਚ, ਨਿਰਮਲ ਵੀ ਉਹਦੇ ਹੁਕਮ, ਫਿਰ ਬੰਦਾ ਕਹਿੰਦਾ ਲੈ ਆਪਾਂ ਨੂੰ ਕਾਹਦੀ ਪਰਵਾਹ, ਆਪਾਂ ਕਿਹੜਾ ਮੈਲ ਆਪ ਕਮਾ ਰਹੇ ਹਾਂ, ਰੱਬ ਹੀ ਕਹਿ ਰਿਹਾ ਮੈਲ ਕਮਾ ਲਾ। ਨਹੀਂ, ਫਿਰ ਅਗਾਂਹ ਜ਼ਿਕਰ ਕੀਤਾ ਸਾਹਿਬ ਨੇ, ਕਹਿੰਦੇ ਸੇ ਨਿਰਮਲ, ਉਹ ਨਿਰਮਲ ਨੇ ਜੋ ਹਰ ਸਾਚੇ ਭਾਏ, ਜਿਹੜੇ ਰੱਬ ਜੀ ਨੂੰ ਚੰਗੇ ਲੱਗਦੇ ਨੇ। ਮਤਲਬ ਜਿਹੜਾ ਰੱਬ ਜੀ ਨੂੰ ਭਾ ਗਿਆ ਉਹ ਨਿਰਮਲ ਹੋ ਗਿਆ, ਜਾਂ ਇਦਾਂ ਕਹਿ ਲਓ ਜਿਹੜਾ ਨਿਰਮਲ ਹੋ ਗਿਆ ਉਹ ਰੱਬ ਜੀ ਨੂੰ ਭਾ ਗਿਆ, ਰੱਬ ਜੀ ਨੂੰ ਚੰਗਾ ਲੱਗ ਗਿਆ। ਤੇ ਜਿਹੜਾ ਅਜੇ ਤੱਕ ਮੈਲਾ, ਉਹ ਰੱਬ ਜੀ ਨੂੰ ਨਹੀਂ ਪਾਇਆ, ਉਹਦਾ ਨਾਂ ਪਾਉਣਾ ਹੀ ਉਹਦੇ ਲਈ ਸਭ ਤੋਂ ਵੱਡੀ ਮੈਲ ਹੈ। ਮੰਨ ਲਓ ਦੋ ਸੇਵਕ ਆਪਣੇ ਮਾਲਕ ਦੇ ਸਾਹਮਣੇ ਖੜੋਤੇ, ਉਹਨਾਂ ਦੋਵਾਂ ਦੀ ਕੋਸ਼ਿਸ਼ ਹੈ, ਯਤਨ ਹੈ ਕਿ ਅਸੀਂ ਆਪਣੇ ਮਾਲਕ ਨੂੰ ਭਾ ਜਾਈਏ, ਸਾਡੀ ਗੁੱਡਵਿਲ ਬਣੇ ਸਾਡੇ ਮਾਲਕ ਦੀਆਂ ਅੱਖਾਂ ਦੇ ਵਿੱਚ। ਉਹ ਯਤਨ ਬਹੁਤ ਕਰਦੇ, ਫਿਰ ਦੋਵੇਂ ਇੱਕ ਦੂਜੇ ਤੋਂ ਵੱਧ ਕੇ ਕੋਸ਼ਿਸ਼ ਕਰਦੇ ਨੇ ਆਪਣੇ ਮਾਲਕ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਣ ਵਾਸਤੇ। ਹੁਣ ਇੱਕ ਜਿਹੜਾ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਨਾ ਚੰਗੇ ਤੋਂ ਚੰਗਾ ਕੰਮ ਕਰਾਂ, ਚੰਗੇ ਤੋਂ ਚੰਗਾ, ਜਿਹੜਾ ਮਾਲਕ ਨੂੰ ਭਾਵੇ। ਔਰ ਇੱਕ ਦੀ ਕੋਸ਼ਿਸ਼ ਹੈ ਵੀ ਜਿੰਨਾ ਚਿਰ ਮਾਲਕ ਵੇਖ ਰਿਹਾ ਉਹਨਾਂ ਚਿਰ ਚੰਗਾ ਕਰ ਲਈਏ, ਜਦੋਂ ਮਾਲਕ ਅੱਖਾਂ ਤੋਂ ਪਾਸੇ ਹੋ ਗਿਆ ਉਦੋਂ ਮਾੜਾ ਕਰ ਲਾਂਗੇ। ਸਾਡੀ ਹਾਲਾਤ ਇਹ ਹੀ ਨੇ ਨਾ। ਅਸੀਂ ਕੀ ਸੋਚਦੇ ਹਾਂ ਵੀ ਧਰਮ ਅਸਥਾਨ ਤੇ ਜਾਣ ਲੱਗੇ ਆ, ਚੰਗੇ ਕੰਮ ਕਰੋ, ਧਰਮ ਅਸਥਾਨ ਤੇ ਜਾ ਕੇ ਚੰਗੇ ਕਰੋ, ਉੱਥੋਂ ਆ ਕੇ ਭਾਵੇਂ ਸਾਰਾ ਦਿਨ ਮੈਲ ਕਮਾਈ ਜਾਓ। ਸਾਡੇ ਹਾਲਾਤ ਇਹੀ ਨੇ।
ਅਸੀਂ ਸਿਰਫ ਡਰ ਉਹਨਾਂ ਚਿਰ ਹੀ ਰੱਖਿਆ ਜਿੰਨਾ ਚਿਰ ਅਸੀਂ ਧਰਮ ਸਥਾਨ ਤੇ ਧਰਮ ਸਥਾਨ ਤੇ ਆਏ ਆ ਜੀ, ਮਾੜਾ ਆਖਣਾ ਨਹੀਂ। ਧਰਮ ਸਥਾਨ ਤੇ ਆਏ ਆ, ਮਾੜਾ ਵੇਖਣਾ ਨਹੀਂ। ਧਰਮ ਸਥਾਨ ਤੇ ਆਏ ਆ, ਮਾੜਾ ਸੁਣਨਾ ਨਹੀਂ। ਅਸੀਂ ਇੰਨਾ ਕੁ ਭਾਉ ਰੱਖਿਆ, ਡਰ ਇੰਨਾ ਕੁ ਰੱਖਿਆ। ਜਦੋਂ ਧਰਮ ਸਥਾਨ ਤੋਂ ਚਲੇ ਗਏ ਫਿਰ ਆਪਣੀ ਜ਼ੁਬਾਨ ਤੋਂ ਹੀ ਮਾੜਾ ਬੋਲਣ ਲੱਗ ਗਏ, ਆਪ ਹੀ ਅਸੀਂ ਮਾੜਾ ਵੇਖਣ ਲੱਗ ਗਏ, ਆਪ ਹੀ ਅਸੀਂ ਮਾੜਾ ਸੁਣਨ ਵੀ ਲੱਗ ਗਏ। ਇਹ ਤਾਂ ਉਹੀ ਹੈ ਵੀ ਮਾਲਕ ਦੇ ਸਾਹਮਣੇ ਚੰਗਾ ਕਰਦੇ ਰਹੇ, ਮਾਲਕ ਦੀ ਪਿੱਠ ਹੋਈ ਤੇ ਹੀ ਮਾੜਾ ਕਰਨ ਲੱਗ ਗਏ। ਪਰ ਉਹ ਮਾਲਕ ਵੇਖ ਤੇ ਸਭ ਕੁਝ ਰਿਹਾ, ਨਜ਼ਰ ਤੇ ਸਭਨਾਂ ਉੱਤੇ ਹੈ ਨਾ ਉਹਦੀ, ਉਹ ਸਭਨਾਂ ਨੂੰ ਵੇਖ ਰਿਹਾ, ਸਭਨਾਂ ਦੇ ਉੱਤੇ ਉਹਦੀ ਦ੍ਰਿਸ਼ਟੀ ਵੀ ਲੱਗੀ ਹੋਈ ਹੈ, ਔਰ ਸਾਰਿਆਂ ਦੇ ਕੀਤੇ ਕਰਮਾਂ ਵੱਲ ਉਹਦਾ ਖਿਆਲ ਵੀ ਹੈ, ਉਹਦਾ ਧਿਆਨ ਵੀ ਹੈ। ਤੇ ਇੱਕ ਇਨਸਾਨ ਉਹ ਹੈ ਜਿਹੜਾ ਕਹਿੰਦਾ ਵੀ ਮਾਲਕ ਵੇਖਦਾ ਆਪਾਂ ਚੰਗਾ ਕਰਨਾ, ਪਰ ਦੂਜੇ ਪਾਸੇ ਜੇ ਮਾਲਕ ਪਿੱਠ ਵੀ ਕਰ ਲੈਂਦਾ ਤੇ ਉਹ ਫਿਰ ਆਪਣੇ ਮਾਲਕ ਦੇ ਉਪਦੇਸ਼ ਨੂੰ ਮਨ ਵਿੱਚ ਰੱਖਦਾ, ਕਿਸੇ ਦਾ ਮਾੜਾ ਨਹੀਂ ਕਰਨਾ। ਤੇ ਜਦੋਂ ਰੱਬ ਜੀ ਦੀਆਂ ਨਜ਼ਰਾਂ, ਮਾਲਕ ਦੀਆਂ ਨਜ਼ਰਾਂ ਵਿੱਚ ਭਾਉਣ ਦੀ ਵਾਰੀ ਆਉਂਦੀ ਹੈ ਤੇ ਪ੍ਰਵਾਨ ਉਹੀ ਹੁੰਦਾ ਜਿਹੜਾ ਸਾਹਮਣੇ ਵੀ ਚੰਗਾ ਕਰਦਾ ਤੇ ਪਿੱਠ ਪਿੱਛੇ ਵੀ ਚੰਗਾ ਕਰੇ। ਤੇ ਜਿਹੜਾ ਪਿੱਠ ਪਿੱਛੇ ਮਾੜਾ ਤੇ ਸਾਹਮਣੇ ਚੰਗਾ ਕਰੇ ਉਹ ਕਦੇ ਵੀ ਪ੍ਰਵਾਨਿਆ ਨਹੀਂ ਜਾਂਦਾ। ਤੇ ਉਹਦੇ ਲਈ ਹੀ ਬਾਪੂ ਜੀ ਬਾਣੀ 'ਚ ਜ਼ਿਕਰ ਕਰਦੇ ਆ, ਕਹਿੰਦੇ ਦਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ। ਉਹ ਕੱਚੇ ਗਿਣੇ ਜਾਂਦੇ ਨੇ, ਉਹ ਕਦੇ ਵੀ ਆਪਣੇ ਸਾਹਿਬ ਦੇ ਦਰ ਤੇ ਪ੍ਰਵਾਨੇ ਨਹੀਂ ਜਾਂਦੇ, ਮਾਲਕ ਦੇ ਦਰ ਤੇ ਕਬੂਲ ਨਹੀਂ ਪੈਂਦੇ। ਨਿਰਮਲ ਉਹ ਨੇ ਜਿਹੜੇ ਸੱਚ ਨੂੰ, ਉਸ ਪਰਮੇਸ਼ਵਰ ਨੂੰ ਭਾ ਜਾਂਦੇ ਨੇ। ਤੇ ਨਾਨਕ ਨਾਮ ਵਸੈ ਮਨ ਅੰਤਰ, ਹੇ ਨਾਨਕ ਜੀਓ ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਵਸ ਜਾਂਦਾ ਹੈ, ਜਾਂ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਨੂੰ ਵਸਾ ਲਿਆ, ਗੁਰਮੁਖ ਗੁਰੂ ਦੇ ਰਾਹੀਂ ਮੈਲ ਚੁਕਾਵਣਿਆ, ਜੀਵ ਆਪਣੇ ਜੀਵਨ ਦੇ ਵਿਚਲੀ ਮੈਲ ਖਤਮ ਕਰ ਲੈਂਦਾ ਹੈ। ਬਸ ਇਸ ਤਰ੍ਹਾਂ ਕਹਿ ਲਓ, ਗੁਰੂ ਇੱਕ ਐਸੀ ਸ਼ਖਸੀਅਤ ਹੈ ਜਿਹੜਾ ਸਾਡੀ ਮੈਲੀ ਮੱਤ ਨੂੰ ਸਾਫ਼ ਔਰ ਸੁਥਰਿਆਂ ਕਰਦਾ। ਗੁਰੂ ਇੱਕ ਐਸੀ ਤਾਕਤ ਹੈ ਜਿਹਦਾ ਉਪਦੇਸ਼ ਸਾਡੇ ਮੈਲੇ ਮਨ ਨੂੰ ਸੁਥਰਿਆਂ ਕਰਦਾ। ਤੇ ਗੁਰੂ ਦੇ ਰਾਹੀਂ ਹੀ ਸਾਡੀਆਂ ਵਿਚਾਰਾਂ ਨਿਰਮਲ ਹੋਣਗੀਆਂ, ਗੁਰੂ ਦੇ ਰਾਹੀਂ ਹੀ ਸਾਡੀ ਮੱਤ ਨਿਰਮਲ ਹੋਏਗੀ। ਗੁਰੂ ਉਪਦੇਸ਼, ਗੁਰੂ ਗਿਆਨ ਦੇ ਸਦਕਾ ਅਸੀਂ ਆਪਣੇ ਮਨ ਨੂੰ ਸਾਫ਼ ਔਰ ਸੁਥਰਿਆਂ ਕਰਾਂਗੇ। ਤੇ ਜਿਸ ਦਿਨ ਗੁਰੂ ਦੇ ਰਾਹੀਂ ਸਾਡਾ ਮਨ ਸਾਫ਼ ਔਰ ਸੁਥਰਾ ਬਣ ਜਾਏਗਾ, ਖਿਆਲ ਕਰਿਓ ਸਰੀਰ ਕਰਕੇ ਅਸੀਂ ਆਪੇ ਹੀ ਸੁੱਚੇ ਪਾਕ ਤੇ ਪਵਿੱਤਰ ਬਣ ਜਾਵਾਂਗੇ। ਜਦੋਂ ਮਨ ਹੀ ਹਾਮੀ ਨਹੀਂ ਭਰੇਗਾ ਕਿਸੇ ਦਾ ਮਾੜਾ ਕਰਨ ਲਈ, ਤੇ ਤਨ ਕਿਵੇਂ ਮਾੜਾ ਕਰ ਜਾਏਗਾ। ਜਦੋਂ ਮਨ ਹੀ ਹਾਮੀ ਨਹੀਂ ਭਰੇਗਾ ਅੱਖਾਂ ਨੂੰ ਮਾੜਾ ਵੇਖਣ ਲਈ, ਤੇ ਨੇਤਰ ਮਾੜਾ ਕਿਵੇਂ ਵੇਖ ਜਾਣਗੇ। ਜਿਸ ਦਿਨ ਮਨ ਦੀ ਮੈਲ ਖਤਮ ਹੋ ਗਈ, ਮਨ ਦੀ ਮੈਲ ਸਾਫ਼ ਤੇ ਸੁਥਰੀ ਹੋ ਗਈ, ਮਨ ਚੰਗਾ ਬਣ ਗਿਆ, ਉਸ ਦਿਨ ਜ਼ੁਬਾਨ ਮਾੜਾ ਬੋਲੇਗੀ ਨਹੀਂ। ਜ਼ੁਬਾਨ ਨੂੰ ਆਪ ਮਨ ਰੋਕੇਗਾ ਵੀ ਨਹੀਂ ਬੋਲਣਾ, ਚੰਗਾ ਬੋਲ। ਕੰਨਾਂ ਨੂੰ ਫਿਰ ਆਖੇਗਾ ਚੰਗਾ ਸੁਣੋ, ਫਿਰ ਹੱਥਾਂ ਨੂੰ ਆਖੇਗਾ ਚੰਗਾ ਕਰੋ, ਮਨ ਪੈਰਾਂ ਨੂੰ ਕਹੇਗਾ ਚੰਗੇ ਪਾਸੇ ਚੱਲ ਕੇ ਜਾਓ। ਜਿੱਦਣ ਮਨ ਸੁਥਰਾ ਹੋ ਗਿਆ, ਮਨ ਸਾਫ਼ ਪਾਕ ਤੇ ਪਵਿੱਤਰ ਬਣ ਗਿਆ ਗੁਰੂ ਦੇ ਗਿਆਨ ਸਦਕਾ, ਗੁਰੂ ਉਪਦੇਸ਼ ਸਦਕਾ, ਉਦਣ ਜੀਵ ਜੀਵਨ ਕਰਕੇ, ਸਰੀਰ ਕਰਕੇ, ਆਚਾਰ ਕਰਕੇ ਪਾਕ ਤੇ ਪਵਿੱਤਰ ਬਣ ਜਾਂਦਾ ਹੈ। ਅੱਜ ਸਤਿਗੁਰੂ ਅਮਰਦਾਸ ਸਾਹਿਬ ਜੀ ਇਹੀ ਉਪਦੇਸ਼ ਸਾਨੂੰ ਦਿੰਦੇ ਆ, ਸਮਝਾਉਂਦੇ ਨੇ ਕਿ ਇਨਸਾਨ ਸਰੀਰਾਂ ਕਰਕੇ ਬਹੁਤ ਯਤਨ ਕਰ ਰਹੇ ਨੇ, ਆਪਣੇ ਆਪ ਨੂੰ ਸਾਫ਼ ਤੇ ਸੁਥਰਿਆਂ ਰੱਖਣ ਦਾ ਕੋਸ਼ਿਸ਼ ਬਹੁਤ ਕਰਦੇ ਵੀ ਹੱਥਾਂ ਨੂੰ ਮੈਲ ਨਾ ਲੱਗੇ, ਪੈਰਾਂ ਨੂੰ ਮੈਲ ਨਾ ਲੱਗੇ, ਜਾਂ ਸਾਡੇ ਸਰੀਰ ਨੂੰ ਮੈਲ ਨਾ ਲੱਗੇ। ਪਰ ਇਹੀ ਇਨਸਾਨ ਕਦੇ ਇਸ ਗੱਲ ਦਾ ਖਿਆਲ ਨਹੀਂ ਰੱਖ ਸਕਿਆ ਕਿ ਅਸੀਂ ਮਨ ਕਰਕੇ ਵੀ ਮੈਲ ਰੋਜ਼ ਖੱਟ ਰਹੇ ਹਾਂ, ਕਮਾ ਰਹੇ ਹਾਂ। ਮਨਾਂ ਦੀ ਮੈਲ ਉਦਣ ਬਚੇਗੀ, ਜਾਂ ਮਨਾਂ ਦੀ ਮੈਲ ਤੋਂ ਉਦਣ ਛੁਟਕਾਰਾ ਹੋਏਗਾ ਜਿੱਦਣ ਜੀਵ ਨਿਰਮਲ ਸ਼ਬਦ ਦਾ ਆਸਰਾ ਲੈ ਕੇ, ਨਿਰਮਲ ਸ਼ਬਦ ਦਾ ਸਹਾਰਾ ਲੈ ਕੇ ਉਸ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਵਿੱਚ ਆਪਣੇ ਮਨ ਨੂੰ ਪਰੋ ਲਏਗਾ। ਤੇ ਜਿਹਦਾ ਮਨ ਸ਼ਬਦ ਵਿੱਚ ਪਰੋਇਆ ਗਿਆ, ਸਾਹਿਬ ਕਹਿੰਦੇ ਉਹ ਜੀਵ ਨਿਰਮਲ ਬਣ ਜਾਂਦੇ ਨੇ, ਸੋਹਣੇ ਬਣ ਜਾਂਦੇ ਨੇ, ਪਾਕ ਪਵਿੱਤਰ ਬਣ ਜਾਂਦੇ ਨੇ, ਔਰ ਉਹ ਆਚਾਰ ਕਰਕੇ ਵੀ ਸਾਹਿਬ ਦੇ ਦਰ ਉੱਤੇ ਫਿਰ ਕਬੂਲ ਪੈ ਜਾਂਦੇ।
ਜਿਹਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਜੀਉ ਨਿਰਮਲ, ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿੰਨੀ ਖਟਿਆ ਭਲੇ ਸੇ ਵਣਜਾਰੇ, ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਫਿਰ ਜਿਹੜੇ ਮਨ ਕਰਕੇ ਨਿਰਮਲ ਹੁੰਦੇ ਨੇ ਉਹ ਹਮੇਸ਼ਾ ਗੁਰੂ ਦੀ ਨੇੜਤਾ ਨੂੰ ਮਾਣਦੇ, ਗੁਰੂ ਦੀ ਨਜ਼ਦੀਕੀ ਨੂੰ ਮਾਣਦੇ, ਕਿਉਂਕਿ ਉਹ ਮਨ ਕਰਕੇ ਨਿਰਮਲ ਨੇ। ਤੇ ਜੇ ਕੋ ਸਿੱਖ ਗੁਰਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ। ਗੁਰ ਕੈ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨਿ ਅਵਰ ਨ ਜਾਣੈ ਕੋਈ। ਫਿਰ ਅਗਲੀ ਪੌੜੀ 'ਚ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ। ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ, ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ। ਮੁਕਤੀ ਕਿੱਥੇ? ਗੁਰੂ ਦਰ ਤੇ। ਗੁਰੂ ਨੇ ਨਿਰਮਲਤਾ ਹੀ ਦੇਣੀ। ਇਸ ਲਈ ਕੋਸ਼ਿਸ਼ ਤੇ ਯਤਨ ਇਹੋ ਹੋਵੇ ਕਿ ਅਸੀਂ ਸਾਹਿਬ ਦੇ ਦਰ ਉੱਤੇ ਆ ਕੇ ਮਾਲਕ ਅੱਗੇ ਅਰਦਾਸ ਤੇ ਅਰਜ਼ੋਈ ਇਹੀ ਕਰੀਏ ਕਿ ਸਤਿਗੁਰੂ ਜੀਓ ਆਪ ਕਿਰਪਾ ਕਰਕੇ ਸਾਨੂੰ ਭੁੱਲਣਹਾਰ ਜੀਵਾਂ ਨੂੰ ਆਪ ਬਖਸ਼ਿਸ਼ ਕਰੋ, ਆਪ ਰਹਿਮਤ ਕਰਕੇ ਸਿੱਧੇ ਮਾਰਗ ਉੱਤੇ ਤੋਰੋ, ਤਾਂ ਜੋ ਅਸੀਂ ਮਨਾ ਕਰਕੇ ਵੀ ਸਾਫ਼ ਔਰ ਸੁਥਰੇ ਬਣ ਜਾਈਏ, ਮਨਾ ਕਰਕੇ ਨਿਰਮਲਤਾਈ ਖੱਟੀਏ। ਜਿੱਥੇ ਸਰੀਰਾਂ ਨੂੰ ਅਸੀਂ ਸਾਫ਼ ਤੇ ਸੁਥਰਿਆਂ ਰੱਖਿਆ ਹੈ, ਸਾਹਿਬ ਜੀ ਰਹਿਮਤ ਕਰੋ, ਮਨ ਵੀ ਸਾਡਾ ਮੈਲ ਤੋਂ ਰਹਿਤ ਬਣ ਜਾਏ, ਆਚਾਰ ਕਰਕੇ ਵੀ ਅਸੀਂ ਪਾਕ ਔਰ ਪਵਿੱਤਰ ਬਣ ਜਾਈਏ। ਤੇ ਸਾਹਿਬ ਜੀ ਅੱਗੇ ਅਰਦਾਸ ਕਰਦੇ ਰਿਹਾ ਕਰੀਏ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਮਨਾਂ ਕਰਕੇ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਮੈਲੇ ਨਿਰਮਲ ਸਭ ਹੁਕਮ ਸਵਾਏ, ਸੇ ਨਿਰਮਲ ਜੋ ਹਰ ਸਾਚੇ ਪਾਏ। ਨਾਨਕ ਨਾਮ ਵਸੈ ਮਨ ਅੰਤਰ, ਗੁਰਮੁਖ ਮੈਲ ਚੁਕਾਵਣਿਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।